ਅਸੀਂ ਅੱਜ ਫਿਰ ਆਪਣੀਆਂ ਬਾਈਬਲਾਂ ਖੋਲ੍ਹਾਂਗੇ ਅਤੇ ਅਫਸੀਆਂ ਦਾ ਖੱਤ ਉਸ ਦਾ ਦੂਸਰਾ ਅਧਿਆਇ ਅਤੇ ਉਸ ਦੀ 11 ਆਇਤ ਤੋਂ ਪੜ੍ਹਾਂਗੇ। ਉਸ ਵਿੱਚ ਪੌਲੁਸ ਲਿਖਦਾ ਹੈ ਅਫਸੀਆਂ ਦੇ ਲੋਕਾਂ ਨੂੰ। ਉਹ ਕਹਿੰਦਾ ਹੈ, ਇਸ ਲਈ ਚੇਤੇ ਕਰੋ ਕਿ ਅੱਗੇ ਤੁਸੀਂ ਸਰੀਰ ਦੇ ਸਰਬੰਧ ਕਰਕੇ ਪਰਾਈਆਂ ਕੌਮਾਂ ਦੇ ਲੋਕ ਸੀ ਅਤੇ ਉਹਨਾਂ ਤੋਂ ਜਿਨ੍ਹਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਸੀ ਅਨਸੁੰਨਤੀ ਕਹਾਉਂਦੇ ਸਨ। ਨਾਲੇ ਤੁਸੀਂ ਉਸ ਸਮੇਂ ਮਸੀਹ ਤੋਂ ਅੱਡ ਇਜ਼ਰਾਇਲ ਦੀ ਪਾਤਸ਼ਾਹੀ ਤੋਂ ਨਿਆਰੇ ਕੀਤੇ ਹੋਏ ਵਚਨ ਦੇ ਨੇਮਾਂ ਤੋਂ ਬਾਹਰ ਆਸਾਹੀਣ ਅਤੇ ਜਗਤ ਵਿੱਚ ਪਰਮੇਸ਼ਵਰ ਤੋਂ ਰਹਿਤ ਸਨ। ਪਰ ਹੁਣ ਮਸੀਹ ਵਿੱਚ ਤੁਸੀਂ ਜੋ ਅੱਗੇ ਦੂਰ ਸੀ ਮਸੀਹ ਦੇ ਲਹੂ ਦੇ ਕਾਰਨ ਨੇੜੇ ਕੀਤੇ ਗਏ ਹੋ, ਕਿਉਂਕਿ ਜੋ ਉਹ ਸਾਡਾ ਮਿਲਾਪ ਹੈ, ਜਿਸ ਨੇ ਦੋਹਾਂ ਨੂੰ ਇਕੱਠਾ ਕੀਤਾ ਅਤੇ ਆਪਣੇ ਸਰੀਰ ਵਿੱਚ ਵੈਰ ਵਿਰੋਧੀ ਵਾਲੀ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ ਅਤੇ ਸ਼ਰ੍ਹਾਂ ਨੂੰ ਵਿਧੀਆਂ ਅਤੇ ਕਾਨੂੰਨ ਸਣੇ ਅਕਾਰਤ ਕਰ ਦਿੱਤਾ, ਤਾਂ ਜੋ ਦੋਹਾਂ ਤੋਂ ਆਪ ਵਿੱਚ ਇੱਕ ਨਵਾਂ ਇਨਸਾਨ ਰਚ ਕੇ ਮੇਲ ਕਰਾਵੇ ਅਤੇ ਸਲੀਬ ਦੇ ਰਾਹੀਂ ਵੈਰ ਵਿਰੋਧ ਦਾ ਕੁੱਠਾ ਕਰਕੇ ਉਸੇ ਨਾਲ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਪਰਮੇਸ਼ਰ ਨਾਲ ਮਿਲਾਵੇ। ਅਤੇ ਉਸ ਨੇ ਆਣ ਕੇ ਤੁਹਾਨੂੰ ਜਿਹੜੇ ਦੂਰ ਸੀ ਮਿਲਾਪ ਦੀ ਅਤੇ ਉਹਨਾਂ ਨੂੰ ਜਿਹੜੇ ਨੇੜੇ ਸਨ ਮਿਲਾਪ ਦੀ ਖੁਸ਼ਖਬਰੀ ਸੁਣਾਈ, ਕਿਉਂ ਜੋ ਉਸੇ ਦੇ ਦੁਆਰਾ ਇੱਕੋ ਆਤਮਾ ਵਿੱਚ ਪਿਤਾ ਵੱਲ ਅਸਾਂ ਦੋਹਾਂ ਦੀ ਢੋਈ ਹੁੰਦੀ ਹੈ। ਸੋ ਹੁਣ ਤੋਂ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ, ਸਗੋਂ ਸੰਤਾਂ ਦੇ ਵਤਨੀ ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ, ਜੇ ਦੇ ਖੁੰਝੇ ਦਾ ਪੱਥਰ ਆਪ ਮਸੀਹ ਯਿਸੂ ਹੈ, ਜਿਹਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ, ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ। ਆਓ ਅਸੀਂ ਪ੍ਰਾਰਥਨਾ ਕਰੀਏ ਅਤੇ ਫਿਰ ਅਸੀਂ ਦੇਖਦੇ ਹਾਂ ਅੱਜ ਪਰਮੇਸ਼ਰ ਦਾ ਵਚਨ ਸਾਨੂੰ ਕੀ ਸਿਖਾਉਂਦਾ ਹੈ। ਖੁਦਾਵੰਦ ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਲਈ ਜਿਹੜਾ ਤੂੰ ਸਾਨੂੰ ਦਿੱਤਾ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਤੂੰ ਸਾਡੇ ਨਾਲ ਗੱਲਬਾਤ ਕਰ ਅਤੇ ਖੁਦਾਵੰਦ ਉਹ ਚੀਜ਼ਾਂ ਸਾਨੂੰ ਸਿਖਾਓ, ਗੱਲਾਂ ਸਾਨੂੰ ਸਿਖਾ ਜੋ ਕਿ ਤੇਰੇ ਨਾਮ ਨੂੰ ਮਹਿਮਾ ਦੇਣ ਦੇ ਯੋਗ ਹਨ। ਖੁਦਾਵੰਦ ਸਾਨੂੰ ਚੰਗਾਈ ਅਤੇ ਪਵਿੱਤਰਤਾ ਹੀ ਦੇ, ਤਾਂ ਕਿ ਅਸੀਂ ਤੇਰੇ ਲਈ ਇਹ ਜੀਵਨ ਨੂੰ ਜੀ ਸਕੀਏ ਅਤੇ ਤੇਰੇ ਨਾਮ ਨੂੰ ਮਹਿਮਾ ਦੇ ਸਕੀਏ। ਖੁਦਾਵੰਦ ਦੇ ਪਾਕ ਅਤੇ ਮਿੱਠੇ ਨਾਂ 'ਚ ਮੰਗਦੇ ਹਾਂ, ਆਮੀਨ। ਅਤੇ ਇਹ ਜਿਹੜਾ ਪੌਲੁਸ ਜੋ ਗੱਲ ਕਰ ਰਿਹਾ ਹੈ, ਜੋ ਕਿ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਹੈ, ਉਹ ਅਫਸੀਆਂ ਦੇ ਲੋਕਾਂ ਨੂੰ ਯਾਦ ਦਿਲਾਉਂਦਾ ਹੈ ਕਿ ਉਹ ਕਿਵੇਂ ਪਰਮੇਸ਼ਵਰ ਦੇ ਲੋਕਾਂ ਤੋਂ ਦੂਰ ਸਨ। ਜਿਵੇਂ ਅਸੀਂ ਪੜ੍ਹਦੇ ਹਾਂ ਬਾਈਬਲ ਦੇ ਵਿੱਚ, ਪੁਰਾਣੇ ਨੇਮ 'ਚ ਵੀ ਪੜ੍ਹਦੇ ਹਾਂ ਵੀ ਕਿਵੇਂ ਪਰਮੇਸ਼ਵਰ ਨੇ ਇਜ਼ਰਾਇਲ ਦੇ ਲੋਕਾਂ ਨੂੰ ਚੁਣਿਆ ਅਤੇ ਪਰਮੇਸ਼ਵਰ ਅਬਰਾਹਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਵਰ ਬਣ ਗਿਆ। ਅਤੇ ਪਰਮੇਸ਼ਵਰ ਨੇ ਜੋ ਵਾਅਦਾ ਕੀਤਾ ਸੀਗਾ ਅਬਰਾਹਮ ਦੇ ਨਾਲ, ਉਹ ਵਾਅਦਾ ਚੱਲਦਾ ਰਿਹਾ ਪੁਰਾਣੇ ਨੇਮ ਦੇ ਵਿੱਚ, ਯਹੂਦੀਆਂ ਦੇ ਲੋਕਾਂ ਦੇ ਵਿੱਚ। ਅਤੇ ਇਸ ਕਰਕੇ ਯਹੂਦੀ ਲੋਕਾਂ ਨਾਲ ਖੁਦਾਵੰਦ ਦਾ ਪਿਆਰ ਸੀਗਾ ਅਤੇ ਉਹ ਚਾਹੁੰਦਾ ਸੀਗਾ ਕਿ ਯਹੂਦੀ ਲੋਕ ਖੁਦਾਵੰਦ ਦੇ ਪਿਆਰ ਨੂੰ ਦੂਸਰੀਆਂ ਕੌਮਾਂ ਤੱਕ ਵੀ ਪਹੁੰਚਾ ਦੇਣ, ਪਰ ਉਹਨਾਂ ਨੇ ਇਹ ਕੰਮ ਨਹੀਂ ਕੀਤਾ। ਇਸੇ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਇਸ ਦੁਨੀਆ 'ਚ ਘੱਲ ਦਿੱਤਾ, ਤਾਂ ਕਿ ਯਿਸੂ ਮਸੀਹ ਦੇ ਜ਼ਰੀਏ ਅਸੀਂ ਸੱਚੇ ਪਰਮੇਸ਼ਰ ਨੂੰ ਜਾਣ ਸਕੀਏ ਅਤੇ ਉਸਦੇ ਕੰਮਾਂ ਨੂੰ ਕਰ ਸਕੀਏ ਜੋ ਕਿ ਪਰਮੇਸ਼ਰ ਨੇ ਸਾਡੇ ਲਈ ਤਿਆਰ ਕੀਤੇ ਸਨ। ਜਿਵੇਂ ਕਿ ਅਸੀਂ ਪੜ੍ਹਿਆ ਅਫਸੀਆਂ ਦਾ ਖੱਤ ਦੂਸਰਾ ਅਧਿਆਇ ਅਤੇ ਉਹਦੀ 10ਵੀਂ ਆਇਤ ਵਿੱਚ। ਅੱਜ ਅਸੀਂ ਦੇਖਦੇ ਹਾਂ ਕਿ ਕਿਵੇਂ ਪ੍ਰਭੂ ਯਿਸੂ ਮਸੀਹ ਦੇ ਕਰਕੇ ਅਸੀਂ ਨਾ ਤਾਂ ਸਿਰਫ ਮੁਕਤੀ ਪਾਉਂਦੇ ਹਾਂ, ਪਰ ਅਸੀਂ ਖੁਦਾਵੰਦ ਦੇ ਨਾਲ ਜੋੜੇ ਜਾਂਦੇ ਹਾਂ। ਅਤੇ ਜਦੋਂ ਅਸੀਂ ਖੁਦਾਵੰਦ ਦੇ ਨਾਲ ਜੁੜ ਗਏ, ਹੁਣ ਸਾਡੀ ਜੋ ਸ਼ਤਰੂਤਾ ਸੀ ਖੁਦਾਵੰਦ ਦੇ ਨਾਲ, ਪਰਮੇਸ਼ਵਰ ਦੇ ਨਾਲ, ਜਿਵੇਂ ਕਿ ਜਦੋਂ ਅਸੀਂ ਗੈਰ ਧਰਮਾਂ ਦੇ ਵਿੱਚ ਫਸੇ ਹੋਏ ਸੀਗੇ, ਅੰਧਕਾਰ ਦੇ ਕੰਮਾਂ 'ਚ ਫਸੇ ਹੋਏ ਸੀਗੇ, ਅਤੇ ਸਾਡੇ ਕੰਮਾਂ ਦੇ ਰਾਹੀਂ ਅਸੀਂ ਪਰਮੇਸ਼ਵਰ ਦਾ ਤਿਰਸਕਾਰ ਕਰਦੇ ਸੀ ਅਤੇ ਸਾਡੇ ਕੰਮਾਂ ਦੇ ਰਾਹੀਂ ਅਸੀਂ ਪਰਮੇਸ਼ਵਰ ਨੂੰ ਝੂਠਾ ਬੋਲ ਦਿੰਦੇ ਸੀ, ਝੂਠਾ ਕਰਾਰ ਕਰ ਦਿੰਦੇ ਸੀਗੇ। ਅਤੇ ਅਸੀਂ ਆਪਣੇ ਕੰਮਾਂ ਦੇ ਕਰਕੇ ਅਸੀਂ
ਪੁਰਾਣੇ ਜੋ ਗੰਦੇ ਕੰਮ ਸੀਗੇ ਜਾਂ ਜੋ ਅੰਧਕਾਰ ਦੇ ਕੰਮ ਸੀ ਜਾਂ ਜਾਦੂ ਟੂਣੇ ਵਾਲੇ ਕੰਮ ਸੀ ਜਾਂ ਉਹ ਕੰਮ ਸੀ ਜਿਹੜੇ ਕਿ ਭਗਵਾਨ ਹੈ ਨਹੀਂ, ਅਸੀਂ ਉਹਨਾਂ ਨੂੰ ਵੀ ਭਗਵਾਨ ਬਣਾਈ ਬੈਠੇ ਸੀਗੇ। ਅਤੇ ਉਹ ਸਾਰੇ ਕੰਮ ਕੀ ਯਿਸੂ ਮਸੀਹ ਦੇ ਦੁਆਰਾ ਹੁਣ ਸਾਡੀ ਜ਼ਿੰਦਗੀ 'ਚ ਖਤਮ ਹੋ ਗਏ। ਪਰ ਜਦੋਂ ਅਸੀਂ ਉਹ ਕੰਮ ਕਰਦੇ ਸੀ ਅਤੇ ਉਦੋਂ ਅਸੀਂ ਪਰਮੇਸ਼ਵਰ ਤੋਂ ਦੂਰ ਸੀ ਅਤੇ ਸਾਨੂੰ ਪਰਮੇਸ਼ਵਰ ਦੇ ਬਾਰੇ ਪਤਾ ਵੀ ਨਹੀਂ ਸੀ। ਅਸੀਂ ਪੜ੍ਹਦੇ ਹਾਂ ਬਾਈਬਲ ਦੇ ਵਿੱਚ ਵੀ, ਅਸੀਂ ਆਪਣੀ ਜ਼ਿੰਦਗੀ 'ਚ ਖੁਦ ਆਪ ਦੇਖ ਸਕਦੇ ਹਾਂ ਕਿ ਕਿਵੇਂ ਅਸੀਂ ਪਰਮੇਸ਼ਵਰ ਤੋਂ ਦੂਰ ਸੀ। ਸਾਨੂੰ ਯਿਸੂ ਮਸੀਹ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਸਾਨੂੰ ਯਹੋਵਾ ਦੇ ਬਾਰੇ ਕੁਛ ਨਹੀਂ ਸੀ ਪਤਾ। ਅਤੇ ਜੇ ਸਾਨੂੰ ਯਹੋਵਾ ਦੇ ਬਾਰੇ ਨਹੀਂ ਪਤਾ ਹੋਵੇਗਾ, ਯਿਸੂ ਮਸੀਹ ਦੇ ਬਾਰੇ ਨਹੀਂ ਪਤਾ ਹੋਵੇਗਾ, ਅਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਾਡਾ ਵਿਸ਼ਵਾਸ ਜੋ ਹੈ ਸੱਚੇ ਪਰਮੇਸ਼ਵਰ 'ਤੇ ਹੈ? ਕਿਉਂਕਿ ਉਹ ਤਾਂ ਸੱਚੇ ਪਰਮੇਸ਼ਵਰ ਤੋਂ ਅਸੀਂ ਤਾਂ ਬਹੁਤ ਦੂਰ ਸੀ ਅਤੇ ਨਾ ਹੀ ਉਹਦੇ ਕੰਮਾਂ ਨੂੰ ਜਾਣਦੇ ਸੀ। ਇਸੇ ਲਈ ਅਸੀਂ ਧੰਨਵਾਦ ਕਰਦੇ ਹਾਂ ਖੁਦਾਵੰਦ ਦਾ, ਅਤੇ ਧੰਨਵਾਦ ਕਰਦੇ ਹਾਂ ਉਹਨਾਂ ਲੋਕਾਂ ਦਾ ਜੋ ਕਿ ਖੁਦਾਵੰਦ ਦੇ ਲੋਕ ਚੁਣੇ ਹੋਏ ਹਨ, ਜਿਨ੍ਹਾਂ ਨੇ ਸਾਨੂੰ ਪਰਮੇਸ਼ਵਰ ਦੇ ਬਾਰੇ ਦੱਸਿਆ ਅਤੇ ਪਵਿੱਤਰ ਆਤਮਾ ਨੇ ਸਾਡੇ ਅੱਖਾਂ ਨੂੰ ਖੋਲ੍ਹ ਦਿੱਤਾ ਜਦੋਂ ਅਸੀਂ ਖੁਦਾਵੰਦ ਦੇ ਵਚਨ ਨੂੰ ਸੁਣਿਆ ਅਤੇ ਯਕੀਨ ਕੀਤਾ। ਅਤੇ ਇਹ ਵੀ ਇੱਕ ਤੋਹਫਾ ਹੈ ਪਰਮੇਸ਼ਵਰ ਵੱਲੋਂ, ਕਿਉਂਕਿ ਅਸੀਂ ਆਪਣੇ ਕੰਮਾਂ ਰਾਹੀਂ ਨਹੀਂ ਬਚਾਏ ਜਾਂਦੇ। ਜਿਵੇਂ ਕਿ ਮੈਂ ਪਿਛਲੇ ਕੁਛ ਸਮਿਆਂ ਤੋਂ ਕਹਿ ਰਿਹਾ ਹਾਂ, ਅਫਸੀਆਂ ਦੇ ਖੱਤ ਉਸ ਦਾ 2 ਅਧਿਆਇ ਅਤੇ ਉਹਦੀ 1 ਤੋਂ 10 ਆਇਤ ਵਿੱਚ ਅਸੀਂ ਇਹੀ ਦੇਖਦੇ ਹਾਂ ਕਿ ਅਸੀਂ ਆਪਣੇ ਕੰਮਾਂ ਰਾਹੀਂ ਨਹੀਂ ਬਚਾਏ ਗਏ, ਅਸੀਂ ਆਪਣੀ ਅਕਲਮੰਦੀ ਦੇ ਰਾਹੀਂ ਨਹੀਂ ਬਚਾਏ ਗਏ, ਪਰ ਅਸੀਂ ਬਚਾਏ ਗਏ ਖੁਦਾਵੰਦ ਯਿਸੂ ਮਸੀਹ ਦੀ ਕਿਰਪਾ ਦੇ ਕਰਕੇ। ਅਸੀਂ ਦੇਖਦੇ ਹਾਂ ਅੱਜ ਇਹੀ ਗੱਲ ਵੀ ਜਿਹੜੇ ਅਫਸੀਆਂ ਦੇ ਲੋਕ ਸੀ ਉਹ ਵੀ ਮੂਰਤੀ ਪੂਜਾ 'ਚ ਫਸੇ ਹੋਏ ਸੀਗੇ। ਉਹ ਮੂਰਤੀ ਪੂਜਾ 'ਚ ਫਸੇ ਸੀ, ਉਹ ਗਲਤ ਕੰਮ ਕਰਦੇ ਸੀਗੇ, ਉਹ ਗਲਤ ਜੋ ਕਿ ਇੱਕ ਉਹਨਾਂ ਦੇ ਜੋ ਦੇਵੀ ਦੇਵਤੇ ਸੀਗੇ ਜੋ ਕਿ ਅੰਧਕਾਰ ਦੀਆਂ ਸ਼ਕਤੀਆਂ ਸਨ, ਉਹਨਾਂ ਨੂੰ ਪੂਜਦੇ ਸੀ। ਹਾਲਾਂਕਿ ਉਹਨਾਂ ਮੂਰਤੀਆਂ ਵਿੱਚ ਕੋਈ ਇੱਦਾਂ ਦੀ ਸ਼ਕਤੀ ਨਹੀਂ ਸੀ ਕਿ ਜੋ ਕਿ ਉਹਨਾਂ ਨੂੰ ਚੰਗੇ ਰਾਹ ਵੱਲ ਮੋੜ ਸਕਣ। ਪਰ ਅਫਸੀਆਂ ਦੇ ਲੋਕ ਪਾਪ 'ਚ ਫਸੇ ਸੀ, ਜਿਵੇਂ ਕਿ ਅਸੀਂ ਕਈ ਵਾਰੀ ਪਾਪ 'ਚ ਫਸੇ ਸੀਗੇ, ਜਿੱਦਾਂ ਕਿ ਅਸੀਂ ਪੜ੍ਹਦੇ ਹਾਂ। ਅਤੇ ਪੌਲੁਸ ਉਹਨਾਂ ਨੂੰ ਯਾਦ ਕਰਾਉਂਦਾ ਹੈ, ਤੁਸੀਂ ਯਾਦ ਕਰੋ ਕਿ ਤੁਸੀਂ ਕਿਰਪਾ ਦੇ ਰਾਹੀਂ ਬਚਾਏ ਗਏ। ਇਸ ਕਰਕੇ ਇਹ ਵੀ ਕਿਰਪਾ ਹੈ ਕਿ ਹੁਣ ਤੁਸੀਂ ਆਪਣੇ ਭੈੜੇ ਕੰਮਾਂ ਦੇ ਵਿੱਚ ਨਹੀਂ ਫਸੇ ਹੋਏ। ਅਤੇ ਤੁਸੀਂ ਕਿਉਂਕਿ ਆਪਣੇ ਭੈੜੇ ਕੰਮਾਂ 'ਚ ਫਸੇ ਸੀ, ਤੁਸੀਂ ਸਰੀਰਕ ਜਿਹੜੀ ਇੱਕ ਸੁੰਨਤ ਹੈ ਜੋ ਕਿ ਯਹੂਦੀਆਂ ਦਾ ਇੱਕ ਚਿੰਨ੍ਹ ਸੀ, ਜੋ ਯਹੋਵਾ ਨੇ ਕਿਹਾ ਕਿ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਤੁਹਾਨੂੰ ਇੱਕ ਅਲੱਗ ਤਰ੍ਹਾਂ ਦੇ ਨਾਲ ਪਛਾਣਿਆ ਜਾਣਾ ਚਾਹੀਦਾ ਹੈ, ਇਸ ਲਈ ਖੁਦਾਵੰਦ ਨੇ ਅਬਰਾਹਮ ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣੀ ਸੁੰਨਤ ਕਰਾਓ, ਜਿਹਨੂੰ ਕਿ ਆਪਾਂ ਇੰਗਲਿਸ਼ 'ਚ ਸਰਕਮਸਾਈਜ਼ਨ ਕਹਿੰਦੇ ਆ। ਇਹ ਇੱਕ ਫਿਜ਼ੀਕਲ ਸਾਈਨ ਹੋ ਗਿਆ ਕਿ ਇਹ ਲੋਕ ਯਹੋਵਾ ਦੇ ਪਿੱਛੇ ਚੱਲਦੇ ਸੀ, ਜੋ ਯਹੋਵਾ ਨੇ ਇਹਨਾਂ ਨੂੰ ਹੁਕਮ ਦਿੱਤਾ ਸੀਗਾ ਉਹਨਾਂ ਨੂੰ ਇਹ ਕਰਦੇ ਸੀਗੇ। ਪਰ ਹੁਣ ਜੋ ਕਿ ਅਸੀਂ ਦੇਖਦੇ ਹਾਂ ਵੀ ਕਿਵੇਂ ਇਹ ਜੋ ਸੁੰਨਤ ਹੱਥਾਂ ਨਾਲ ਕੀਤੀ ਗਈ ਹੋਈ ਸੀਗੀ, ਇਹ ਇੱਕ ਫਿਜ਼ੀਕਲ ਸਰਕਮਸਾਈਜ਼ਨ ਸੀ ਜੋ ਕਿ ਇੱਕ ਨੇਸ਼ਨ ਨੂੰ, ਇਜ਼ਰਾਈਲ ਦੇ ਦੇਸ਼ ਨੂੰ ਇੱਕ ਨਿਸ਼ਾਨੀ ਦੇ ਤੌਰ 'ਤੇ ਦਿੱਤੀ ਗਈ ਸੀ। ਅਤੇ ਪੌਲੁਸ ਕਹਿੰਦਾ ਹੈ ਫਿਰ 11ਵੀਂ ਅਤੇ 12ਵੀਂ ਆਇਤ ਵਿੱਚ ਕਿ ਤੁਸੀਂ ਪਰਾਈਆਂ ਕੌਮਾਂ ਦੇ ਲੋਕ ਸੀ, ਤੁਸੀਂ ਖੁਦਾਵੰਦ ਦੀ ਜੋ ਪਾਤਸ਼ਾਹੀ ਸੀ ਇਜ਼ਰਾਈਲ ਦੇ ਉੱਤੇ, ਉਹਨਾਂ ਤੋਂ ਕੀ ਦੂਰ ਸੀ। ਪਰ ਹੁਣ ਤੁਸੀਂ ਯਿਸੂ ਮਸੀਹ ਦੇ ਕਰਕੇ, ਯਿਸੂ ਮਸੀਹ ਦੇ ਲਹੂ ਦੇ ਕਰਕੇ ਖੁਦਾਵੰਦ ਦੇ ਨੇੜੇ ਕੀਤੇ ਗਏ। ਅਤੇ ਹੁਣ ਯਿਸੂ ਮਸੀਹ ਦੇ ਵਿੱਚ ਨਾ ਤਾਂ ਕੋਈ ਯਹੂਦੀ ਹੈ ਅਤੇ ਨਾ ਹੀ ਕੋਈ ਗੈਰ ਕੌਮੀ ਹੈ, ਸਭ ਕੀ ਹੈ? ਮਸੀਹ ਹੈ। ਅਸੀਂ ਇਹੀ ਪੜ੍ਹਦੇ ਹਾਂ ਇਹਨਾਂ ਆਇਤਾਂ ਦੇ ਵਿੱਚ। ਅਤੇ ਕਿਵੇਂ ਅਸੀਂ ਫਿਰ ਪੜ੍ਹਦੇ ਹਾਂ 12ਵੀਂ ਆਇਤ ਦੇ ਵਿੱਚ ਕਿ ਕਿਵੇਂ ਅਸੀਂ ਖੁਦਾਵੰਦ ਦੀ ਪਾਤਸ਼ਾਹੀ ਤੋਂ ਦੂਰ ਸੀ, ਬਚਨ ਦੇ ਨਿਯਮਾਂ ਤੋਂ ਬਾਹਰ ਸੀ, ਆਸਾਹੀਣ ਸੀ ਅਤੇ ਜਗਤ ਵਿੱਚ ਪਰਮੇਸ਼ਵਰ ਤੋਂ ਰਹਿਤ ਸੀ। ਕਿਉਂਕਿ ਅਸੀਂ ਸੱਚੇ ਪਰਮੇਸ਼ਵਰ ਨੂੰ ਨਹੀਂ ਸੀ ਜਾਣਦੇ। ਪਰ ਹੁਣ ਮਸੀਹ ਵਿੱਚ ਤੁਸੀਂ ਜੋ ਅੱਗੇ ਦੂਰ ਸੀ, ਮਸੀਹ ਦੇ ਲਹੂ ਦੇ ਕਰਕੇ ਨੇੜੇ ਕੀਤੇ ਗਏ। ਜੋ ਉਹ ਸਾਡਾ ਮਿਲਾਪ ਹੈ। ਪਹਿਲੀ ਗੱਲ ਸਾਨੂੰ ਇਹ ਨਜ਼ਰ ਆਉਂਦੀ ਹੈ ਕਿਉਂਕਿ ਅਸੀਂ ਪਹਿਲਾਂ ਮਸੀਹ ਤੋਂ ਦੂਰ ਸੀ, ਹੁਣ ਮਸੀਹ ਦੇ ਕਰਕੇ ਅਸੀਂ ਨੇੜੇ ਕੀਤੇ ਗਏ। ਮਸੀਹ ਯਿਸੂ ਕੀ ਸਾਡਾ ਮਿਲਾਪ ਬਣ ਗਿਆ। ਮਿਲਾਪ ਕਿੱਦਾਂ ਬਣ ਗਿਆ? ਉਹ ਇੱਕ ਵਿਚੋਲੇ ਦੀ ਤਰ੍ਹਾਂ ਹੈ ਜੋ ਕਿ ਪਰਮੇਸ਼ਵਰ ਨੂੰ ਅਤੇ ਉਹ ਲੋਕ ਜਿਹੜੇ ਪਰਮੇਸ਼ਵਰ ਤੋਂ ਦੂਰ ਸੀ ਉਹਨਾਂ ਨੂੰ ਕੀ ਇਕੱਠਾ ਕਰ ਦਿੰਦਾ ਹੈ। ਜਿਵੇਂ ਕਿ ਪੀਸ ਬਣਾਉਣ ਵਾਲਾ, ਸ਼ਾਂਤੀ ਬਣਾਉਣ ਵਾਲਾ ਇੱਕ ਇਨਸਾਨ ਹੈ ਜੋ ਕਿ ਦੋ ਧਿਰਾਂ ਦੇ ਵਿੱਚ ਸ਼ਾਂਤੀ ਬਣਾਉਂਦਾ ਹੈ। ਅਤੇ ਪ੍ਰਭੂ ਯਿਸੂ ਮਸੀਹ ਸਾਡਾ ਮੀਡੀਏਟਰ ਹੈ। ਸਾਡਾ ਕੀ ਹੈ? ਉਹ ਇੱਕ ਸਾਡਾ ਸ਼ਾਂਤੀ ਲਿਆਉਣ ਵਾਲਾ ਇੱਕ ਇਨਸਾਨ ਹੈ, ਪਰਮੇਸ਼ਵਰ ਦੇ ਵੱਲੋਂ ਭੇਜਿਆ ਹੋਇਆ ਖੁਦਾਵੰਦ ਦਾ ਬੇਟਾ, ਖੁਦਾਵੰਦ ਦਾ ਪੁੱਤਰ,
ਜੋ ਕਿ ਸਾਡੇ ਦਰਮਿਆਨ ਅਤੇ ਪਰਮੇਸ਼ਵਰ ਦੇ ਦਰਮਿਆਨ ਕੀ ਇੱਕ ਸਮਝੌਤਾ ਪੈਦਾ ਕਰਦਾ ਹੈ। ਇਹ ਵੀ ਪਰਮੇਸ਼ਵਰ ਵੱਲੋਂ ਇੱਕ ਅਸੀਸ ਹੈ, ਸਾਨੂੰ ਕਿਰਪਾ ਹੈ। ਅਤੇ ਜਿਵੇਂ ਕਿ ਅਸੀਂ ਯਹੂਦੀ ਨਹੀਂ ਹਾਂ, ਪਰ ਹੁਣ ਕੀ ਅਸੀਂ ਆਤਮਿਕ ਤੌਰ 'ਤੇ ਖੁਦਾਵੰਦ ਦੇ ਨਾਲ ਜੁੜ ਗਏ। ਅਤੇ ਅਸੀਂ ਪੜ੍ਹਦੇ ਹਾਂ ਗਲਾਤੀਆਂ ਦੇ ਖੱਤ ਵਿੱਚ ਵੀ ਉਹਦਾ 5ਵਾਂ ਅਧਿਆਇ ਵੀ ਕਿਵੇਂ ਜਿਨ੍ਹਾਂ ਲੋਕਾਂ ਦੀ ਸੁੰਨਤ ਹੋਈ ਸੀ ਅਤੇ ਜਿਹੜੇ ਲੋਕ ਬੇਸੁੰਨਤੇ ਸੀ, ਹੁਣ ਉਹ ਕੀ ਇੱਕ ਹੋ ਗਏ ਮਸੀਹ ਦੇ ਵਿੱਚ। ਅਤੇ ਅਸੀਂ ਪੜ੍ਹਦੇ ਹਾਂ ਫਿਰ ਗਲਾਤੀਆਂ ਦਾ ਖੱਤ ਉਹਦਾ 3 ਅਧਿਆਇ ਅਤੇ ਉਹਦੀ 28 ਆਇਤ ਵੀ ਉਹਦੇ ਵਿੱਚ ਪੌਲੁਸ ਕਹਿੰਦਾ ਹੈ ਕਿ ਹੁਣ ਜੋ ਕੋਈ ਮਸੀਹ ਦੇ ਵਿੱਚ ਹੈ, ਨਾ ਤਾਂ ਕੋਈ ਯਹੂਦੀ ਹੈ ਅਤੇ ਨਾ ਹੀ ਕੋਈ ਗੈਰ ਕੌਮੀ ਹੈ, ਸਭ ਹੁਣ ਮਸੀਹ ਵਿੱਚ ਕੀ ਇੱਕ ਹੋ ਗਏ ਹਨ। ਅਤੇ ਬਹੁਤ ਹੀ ਵੱਡਾ ਵਾਅਦਾ ਹੈ, ਇੱਕ ਬਹੁਤ ਹੀ ਚੰਗੀ ਗੱਲ ਹੈ। ਜਦੋਂ ਯਿਸੂ ਮਸੀਹ ਸਾਡੀ ਜ਼ਿੰਦਗੀ 'ਚ ਆ ਜਾਂਦਾ ਹੈ ਅਤੇ ਸਾਡੀਆਂ ਪੁਰਾਣੀਆਂ ਗੱਲਾਂ ਹੁੰਦੀਆਂ ਹਨ। ਕੋਈ ਕਹਿੰਦਾ ਹੈ ਮੈਂ ਅਮੀਰ ਹਾਂ, ਕੋਈ ਕਹਿੰਦਾ ਹੈ ਮੇਰੀ ਜਾਤ ਉਹਦੇ ਨਾਲੋਂ ਵਧੀਆ ਹੈ, ਕੋਈ ਕਹਿੰਦਾ ਹੈ ਮੇਰਾ ਜਿਹੜਾ ਪੁਰਾਣਾ ਧਰਮ ਹੈ ਉਹ ਉਹਦੇ ਨਾਲੋਂ ਵਧੀਆ, ਉਹ ਦੂਜੇ ਇਨਸਾਨ ਤੋਂ ਵਧੀਆ। ਇਹ ਸਭ ਗੱਲਾਂ ਕੀ ਖਾਰਿਜ ਹੋ ਜਾਂਦੀਆਂ ਹਨ। ਕਿਉਂਕਿ ਪਰਮੇਸ਼ਵਰ ਦੀ ਨਜ਼ਰ ਵਿੱਚ ਸਭ ਲੋਕ ਇੱਕ ਸਮਾਨ ਹਨ, ਸਭ ਲੋਕ ਇੱਕ ਸਮਾਨ ਹਨ। ਅਤੇ ਹੁਣ ਅਸੀਂ ਜੇ ਇੰਡੀਆ ਦੀ ਗੱਲ ਕਰੀਏ ਜਾਂ ਕਿਸੇ ਹੋਰ ਕੰਟਰੀ ਦੀ ਗੱਲ ਕਰੀਏ, ਕਈ ਲੋਕਾਂ ਦੇ ਵਿੱਚ ਈਵਨ ਕਿ ਕਈ ਅਫਰੀਕਾ ਦੇ ਵਿੱਚ ਵੀ ਕਈ ਕੰਟਰੀਆਂ ਹਨ ਜਿੱਥੇ ਕਬੀਲੇ ਹਨ ਅਤੇ ਜਾਂ ਡਿਫਰੈਂਟ ਭਾਸ਼ਾਵਾਂ ਹਨ। ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਵੀ ਇੱਦਾਂ ਦਾ ਦੇਖਿਆ ਜਾਂਦਾ ਹੈ। ਮਿਡਲ ਈਸਟ ਦੇ ਵਿੱਚ ਬਹੁਤ ਸਾਰੇ, ਪੂਰੇ ਸੰਸਾਰ 'ਚ ਇਹ ਗੱਲਾਂ ਅਸੀਂ ਦੇਖਦੇ ਹਾਂ ਵੀ ਕਿਵੇਂ ਇੱਕ ਇਨਸਾਨ ਆਪਣੇ ਆਪ ਨੂੰ ਵੱਡੀ ਜਾਤ ਦਾ ਕਹਿ ਦਿੰਦਾ ਹੈ ਕਿਉਂਕਿ ਉਹ ਸਦੀਆਂ ਤੋਂ ਇਹੀ ਇੱਦਾਂ ਹੀ ਚੱਲਿਆ ਆ ਰਿਹਾ ਹੈ, ਅਤੇ ਉਹ ਇੱਕ ਦੂਸਰੇ ਇਨਸਾਨ ਨੂੰ ਉਹਨੂੰ ਛੋਟੀ ਜਾਤ ਕਹਿ ਦਿੰਦੇ ਹਨ। ਅਤੇ ਉਹਨਾਂ ਦੇ ਕੋਲ ਉਹਨਾਂ ਇਨਸਾਨਾਂ ਨੂੰ ਉਹ ਨੀਵਾਂ ਦੇਖਦੇ ਹਨ, ਉਹਨਾਂ ਇਨਸਾਨਾਂ ਨੂੰ ਉਹ ਨਕਾਰ ਦਿੰਦੇ ਹਨ। ਪਰ ਜਿਹੜਾ ਸੱਚਾ ਰੱਬ ਹੈ, ਸੱਚਾ ਪਰਮੇਸ਼ਵਰ ਹੈ, ਜੋ ਕਿ ਬਾਈਬਲ ਦਾ ਪਰਮੇਸ਼ਵਰ ਹੈ, ਉਹ ਕਹਿੰਦਾ ਹੈ ਸਭ ਲੋਕ ਇੱਕ ਸਮਾਨ ਹਨ, ਸਭ ਲੋਕ। ਅਤੇ ਜੇ ਖੁਦਾ ਪਰਮੇਸ਼ਵਰ ਕਹਿੰਦਾ ਹੈ ਸਾਰੇ ਲੋਕ ਇੱਕ ਸਮਾਨ ਹਨ, ਅਤੇ ਫਿਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਉਹ ਵੱਡਾ ਹੈ ਅਤੇ ਉਹ ਛੋਟਾ ਹੈ? ਉਹ ਅਸੀਂ ਕਿਵੇਂ ਕਹਿ ਸਕਦੇ ਹਾਂ? ਦੁਨਿਆਵੀ ਜਿਹੜੀ ਸਿਕਸ਼ਾ ਹੈ ਅਤੇ ਦੁਨਿਆਵੀ ਇੱਕ ਜਿਹੜਾ ਢੰਗ ਹੈ, ਚਾਲ ਚੱਲਣ ਹੈ, ਉਹ ਪਰਮੇਸ਼ਵਰ ਦੇ ਚਾਲ ਚੱਲਣ ਤੋਂ, ਪਰਮੇਸ਼ਵਰ ਦੇ ਢੰਗਾਂ ਤੋਂ ਬਹੁਤ ਹੀ ਨੀਵਾਂ ਹੈ ਅਤੇ ਅੰਧਕਾਰ ਹੈ। ਪ੍ਰਭੂ ਯਿਸੂ ਮਸੀਹ ਦੇ ਵਿੱਚ ਜੋ ਆਉਂਦਾ ਹੈ ਉਹ ਸਭ ਇੱਕ ਸਮਾਨ ਬਣ ਜਾਂਦੇ ਹਨ। ਅਤੇ ਕਈ ਵਾਰੀ ਅਸੀਂ ਦੇਖਦੇ ਹਾਂ ਈਵਨ ਕਿ ਚਰਚਾਂ ਦੇ ਵਿੱਚ ਵੀ ਕਿਵੇਂ ਲੋਕ ਦੂਜੇ ਲੋਕਾਂ ਨੂੰ ਨੀਵਾਂ ਦੇਖਦੇ ਹਨ। ਇੱਦਾਂ ਨਹੀਂ ਕਰਨਾ ਚਾਹੀਦਾ ਸਾਨੂੰ। ਕਿਉਂਕਿ ਮਸੀਹ ਦੇ ਵਿੱਚ ਹੁਣ ਸਭ ਇੱਕ ਹੋ ਗਏ ਹਨ। ਅਤੇ ਇਹ ਇੱਕ ਬਹੁਤ ਹੀ ਵੱਡੀ ਕਿਰਪਾ ਹੋ ਗਈ ਹੈ। ਹੁਣ ਸਾਨੂੰ ਕੋਈ ਇੱਦਾਂ ਦੀ ਗੱਲ ਦਾ ਘਮੰਡ ਨਹੀਂ ਹੋਣਾ ਚਾਹੀਦਾ ਕਿ ਮੈਂ ਬਿਹਤਰ ਹਾਂ, ਅਤੇ ਨਾ ਹੀ ਸਾਨੂੰ ਇਹ ਗੱਲ ਦੀ ਪਰੇਸ਼ਾਨੀ ਹੋਣੀ ਚਾਹੀਦੀ ਹੈ ਕਿ ਮੈਂ ਉਹਦੇ ਤੋਂ ਛੋਟਾ ਹਾਂ। ਕੋਈ ਛੋਟਾ ਨਹੀਂ ਹੈ, ਕੋਈ ਵੱਡਾ ਨਹੀਂ ਹੈ। ਪਰਮੇਸ਼ਵਰ ਵਿੱਚ ਸਭ ਇੱਕ ਸਮਾਨ ਹੈ, ਕਿਉਂਕਿ ਯਿਸੂ ਮਸੀਹ ਸਾਰਿਆਂ ਲਈ ਮਾਰਿਆ ਗਿਆ। ਉਹਨਾਂ ਲੋਕਾਂ ਲਈ ਜੋ ਯਿਸੂ ਮਸੀਹ 'ਤੇ ਵਿਸ਼ਵਾਸ ਕਰਦੇ ਹਨ, ਉਹਨਾਂ ਲਈ ਯਿਸੂ ਮਸੀਹ ਇੱਕ ਸਮਾਨ ਹੈ। ਅਤੇ ਜੇ ਯਿਸੂ ਮਸੀਹ ਸਾਡਾ ਇੱਕ ਸਮਾਨ ਹੈ, ਅਤੇ ਫਿਰ ਅਸੀਂ ਵੀ ਇੱਕ ਦੂਸਰੇ ਲਈ ਇੱਕ ਸਮਾਨ ਹੋ ਗਏ। ਅਤੇ ਯਿਸੂ ਮਸੀਹ ਦੇ ਕਰਕੇ ਸਾਡਾ ਮਿਲਾਪ ਪਰਮੇਸ਼ਵਰ ਦੇ ਨਾਲ ਹੋ ਗਿਆ। ਜੇ ਪਰਮੇਸ਼ਵਰ ਸਾਨੂੰ ਹੁਣ ਐਕਸੈਪਟ ਕਰ ਰਿਹਾ ਹੈ, ਅਤੇ ਜੇ ਪਰਮੇਸ਼ਵਰ ਸਾਨੂੰ ਕਹਿ ਰਿਹਾ ਕਿ ਤੁਸੀਂ ਮੇਰੇ ਬੇਟੇ ਅਤੇ ਬੇਟੀਆਂ ਹੋ, ਅਤੇ ਫਿਰ ਅਸੀਂ ਦੂਜੇ ਲੋਕਾਂ ਨੂੰ ਕਿਵੇਂ ਨਕਾਰ ਸਕਦੇ ਹਾਂ ਜਾਂ ਉਹਨਾਂ ਨੂੰ ਨੀਵੀਂ ਨਜ਼ਰਾਂ ਨਾਲ ਦੇਖ ਸਕਦੇ ਹਾਂ? ਇਹ ਗਲਤ ਗੱਲ ਹੈ। ਅਤੇ ਅਫਸੀਆਂ ਦੇ ਲੋਕਾਂ ਨੂੰ ਪੌਲੁਸ ਯਾਦ ਦਿਲਾਉਂਦਾ ਹੈ ਕਿ ਕਿਵੇਂ ਉਹ ਦੂਰ ਸੀ ਖੁਦਾਵੰਦ ਤੋਂ, ਪਰ ਹੁਣ ਉਹ ਨੇੜੇ ਕੀਤੇ ਗਏ ਯਿਸੂ ਮਸੀਹ ਦੇ ਕਰਕੇ, ਜੋ ਕਿ ਉਹ ਸਾਡਾ ਮਿਲਾਪ ਹੋ ਗਿਆ। ਪਰਮੇਸ਼ਵਰ ਨਾਲ ਯਿਸੂ ਮਸੀਹ ਨੇ ਸਾਨੂੰ ਮਿਲਾ ਦਿੱਤਾ। ਜੋ ਇੱਕ ਖਾਈ ਸਾਡੇ ਦਰਮਿਆਨ ਅਤੇ ਪਰਮੇਸ਼ਵਰ ਦੇ ਦਰਮਿਆਨ ਸੀ, ਉਹ ਕੀ ਖਤਮ ਹੋ ਗਈ। ਉਹ ਜੋ ਜੁਦਾਈ ਵਾਲੀ ਕੰਧ ਸੀ, ਯਿਸੂ ਮਸੀਹ ਨੇ ਉਹਨੂੰ ਕੀ ਢਾਹ ਦਿੱਤਾ। ਯਿਸੂ ਮਸੀਹ ਨੇ ਢਾਹ ਦਿੱਤਾ ਉਹ ਕੰਧ ਨੂੰ। ਅਤੇ ਹੁਣ ਜੋ ਅਸੀਂ ਅੰਧਕਾਰ 'ਚ ਸੀ, ਹੁਣ ਅਸੀਂ ਰੋਸ਼ਨੀ ਵਿੱਚ ਆ ਗਏ। ਅਤੇ ਇਹ ਵੀ ਖੁਦਾ ਵੱਲੋਂ ਹੈ, ਇਹ ਵੀ ਪਰਮੇਸ਼ਵਰ ਵੱਲੋਂ ਇੱਕ ਚੰਗੀ ਗੱਲ ਸਾਡੇ ਲਈ ਕੀਤੀ ਗਈ। ਅਤੇ ਅਸੀਂ ਦੇਖਦੇ ਹਾਂ ਫਿਰ 15ਵੀਂ ਆਇਤ ਵਿੱਚ ਕਿ ਕਿਵੇਂ ਸ਼ਰ੍ਹਾ ਦੀ ਵਿਧੀਆਂ ਅਤੇ ਕਾਨੂੰਨਾਂ ਤੋਂ ਅਸੀਂ ਦੂਰ ਸੀ, ਅਤੇ ਸਾਨੂੰ ਇਹਨਾਂ ਚੀਜ਼ਾਂ ਦੀ ਕੋਈ ਸਮਝ ਨਹੀਂ ਸੀ। ਪਰ ਯਿਸੂ ਮਸੀਹ ਨੇ ਇਹਨਾਂ ਵਿਧੀਆਂ ਨੂੰ ਦੂਰ ਕਰ ਦਿੱਤਾ ਅਤੇ ਸਾਨੂੰ ਇੱਕ ਨਵੀਂ ਰਚਨਾ ਬਣਾ ਦਿੱਤਾ। ਅਸੀਂ ਪੜ੍ਹਦੇ ਹਾਂ 2 ਕੁਰਿੰਥੀਆਂ ਉਹਦਾ 5ਵਾਂ ਅਧਿਆਇ ਅਤੇ ਉਹਦੀ 17 ਆਇਤ ਵਿੱਚ ਵੀ, ਜੋ ਕੋਈ ਹੁਣ ਮਸੀਹ ਦੇ ਵਿੱਚ ਹੈ ਉਹ ਕੀ ਇੱਕ ਨਵੀਂ ਸ੍ਰਿਸ਼ਟੀ ਹੈ।
ਉਸ ਦੇ ਪੁਰਾਣੇ ਕੰਮ ਬਦਲ ਗਏ ਹਨ ਅਤੇ ਉਸ ਦੇ ਨਵੇਂ ਕੰਮ ਸ਼ੁਰੂ ਹੋ ਗਏ ਹਨ ਜੋ ਕਿ ਖੁਦਾਵੰਦ ਨੇ ਸਾਡੇ ਲਈ ਚੁਣੇ ਹੋਏ ਹਨ। ਅਤੇ ਇਹ ਤਾਂ ਹੋ ਗਈ ਪਹਿਲੀ ਗੱਲ ਵੀ ਯਿਸੂ ਮਸੀਹ ਨੇ ਸਾਨੂੰ ਮਿਲਾ ਦਿੱਤਾ। ਅਤੇ ਦੂਜੀ ਗੱਲ ਇਹ ਹੈ ਕਿਉਂਕਿ ਯਿਸੂ ਮਸੀਹ ਨੇ ਸਾਨੂੰ ਮਿਲਾ ਦਿੱਤਾ, ਹੁਣ ਅਸੀਂ ਕੀ ਬਚਾਏ ਗਏ ਅਤੇ ਅਸੀਂ ਹੁਣ ਖੁਦਾਵੰਦ ਦੇ ਰਾਜ ਦੇ ਅਧਿਕਾਰੀ ਬਣ ਗਏ। ਅਤੇ ਅਸੀਂ ਦੇਖਦੇ ਹਾਂ ਫਿਰ 16ਵੀਂ ਆਇਤ ਵਿੱਚ ਕਿ ਕਿਵੇਂ ਪੌਲੁਸ ਕਹਿੰਦਾ ਹੈ, ਅਤੇ ਸਲੀਬ ਦੇ ਰਾਹੀਂ ਵੈਰ ਵਿਰੋਧ ਦਾ ਇਕੱਠਾ ਕਰਕੇ ਉਸੇ ਨਾਲ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਪਰਮੇਸ਼ਰ ਨਾਲ ਮਿਲਾਵੇ, ਅਤੇ ਉਸ ਨੇ ਆਣ ਕੇ ਤੁਹਾਨੂੰ ਜਿਹੜੇ ਦੂਰ ਸੀ ਮਿਲਾਪ ਦੀ ਅਤੇ ਉਹਨਾਂ ਨੂੰ ਜਿਹੜੇ ਨੇੜੇ ਸੀ ਮਿਲਾਪ ਦੀ ਖੁਸ਼ਖਬਰੀ ਸੁਣਾਈ। ਅਤੇ ਜਦੋਂ ਪ੍ਰਭੂ ਯਿਸੂ ਮਸੀਹ ਆਇਆ, ਯਿਸੂ ਮਸੀਹ ਨੇ ਆਪਣੀ ਖੁਸ਼ਖਬਰੀ ਦੋਨਾਂ ਧਿਰਾਂ ਨੂੰ ਸੁਣਾਈ, ਯਹੂਦੀਆਂ ਨੂੰ ਵੀ ਅਤੇ ਗੈਰ ਯਹੂਦੀਆਂ ਨੂੰ ਵੀ। ਅਤੇ ਜੋ ਕੋਈ ਯਿਸੂ ਮਸੀਹ 'ਤੇ ਅੱਜ ਵਿਸ਼ਵਾਸ ਕਰਦਾ ਹੈ ਉਹ ਬਚਾਇਆ ਜਾਂਦਾ ਹੈ। ਯਹੂਦੀ ਲੋਕਾਂ ਨੂੰ ਵੀ ਬਚਣ ਦੀ ਲੋੜ ਹੈ। ਕਿਉਂਕਿ ਜੇ ਉਹਨਾਂ ਦਾ ਵਿਸ਼ਵਾਸ ਯਿਸੂ ਮਸੀਹ 'ਤੇ ਨਹੀਂ ਹੈ ਅਤੇ ਉਹ ਫਿਰ ਕਿਵੇਂ ਕਹਿ ਸਕਦੇ ਹਨ ਉਹਨਾਂ ਕੋਲ ਸਦੀਪਕ ਜੀਵਨ ਹੈ। ਅਤੇ ਜਿਹੜੇ ਲੋਕ ਗੈਰ ਯਹੂਦੀ ਹਨ, ਸਾਡੇ ਵਰਗੇ ਜੋ ਲੋਕ ਹਨ ਜੋ ਕਿ ਇਜ਼ਰਾਈਲ ਦੇ ਵਿੱਚ ਨਹੀਂ ਜੰਮੇ, ਜਿਹੜੀਆਂ ਪਰਾਈਆਂ ਕੌਮਾਂ ਹਨ, ਬਾਈਬਲ ਦੇ ਅਨੁਸਾਰ ਜੋ ਪਰਾਈਆਂ ਕੌਮਾਂ ਹਨ, ਜੋ ਕੋਈ ਯਿਸੂ ਮਸੀਹ 'ਤੇ ਵਿਸ਼ਵਾਸ ਨਹੀਂ ਕਰਦਾ ਉਹ ਬਚਾਇਆ ਨਹੀਂ ਜਾਂਦਾ, ਉਹ ਅੰਧਕਾਰ ਦੇ ਵਿੱਚ ਰਹਿੰਦਾ ਹੈ। ਸ਼ਾਇਦ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਇਹ ਅੰਧਕਾਰ ਵਿੱਚ ਨਹੀਂ ਜੀਂਦੇ, ਸ਼ਾਇਦ ਉਹਨਾਂ ਨੂੰ ਲੱਗਦਾ ਹੈ ਵੀ ਸਾਡੀ ਜ਼ਿੰਦਗੀ ਬਹੁਤ ਚੰਗੀ ਹੈ, ਸਾਡੇ ਕੋਲ ਪੈਸਾ ਹੈ, ਸਾਡੇ ਕੋਲ ਰੁਤਬਾ ਹੈ, ਸਾਡੇ ਕੋਲ ਸਭ ਕੁਝ ਸਹੀ ਹੈ, ਚੱਲ ਰਿਹਾ ਹੈ, ਸਾਨੂੰ ਕਿਸੇ ਯਿਸੂ ਮਸੀਹ ਦੀ ਲੋੜ ਨਹੀਂ ਹੈ। ਪਰ ਯਿਸੂ ਮਸੀਹ ਦੀ ਲੋੜ ਹਰੇਕ ਇਨਸਾਨ ਨੂੰ ਪੈਣੀ ਹੈ। ਕਦੋਂ? ਜਦੋਂ ਇਸ ਦੁਨੀਆ ਦਾ ਅੰਤਿਮ ਦਿਨ ਆ ਗਿਆ, ਕਿਉਂਕਿ ਉਸ ਦਿਨ ਸਿੰਘਾਸਨ ਪਰਮੇਸ਼ਰ ਦਾ ਲੱਗੇਗਾ, ਉਸ ਦੇ ਮੋਹਰੇ ਸਭ ਲੋਕ ਖੜੇ ਹੋਣਗੇ, ਜੋ ਮਰ ਵੀ ਚੁੱਕੇ ਹਨ ਉਹਨਾਂ ਨੂੰ ਵੀ ਜ਼ਿੰਦਾ ਕੀਤਾ ਜਾਵੇਗਾ, ਤਾਂ ਕਿ ਖੁਦਾਵੰਦ ਪਰਮੇਸ਼ਰ ਉਹਨਾਂ ਨੂੰ ਆਪਣਾ ਮੁਕੱਦਮਾ ਸੁਣਾ ਸਕੇ। ਅਤੇ ਜੋ ਕੋਈ ਯਿਸੂ ਮਸੀਹ ਦੇ ਨਾਲ ਨਹੀਂ ਹੈ ਉਹ ਇਕੱਲਾ ਖੜਾ ਹੋਵੇਗਾ, ਜਾਣੀ ਕਿ ਉਹ ਵਕੀਲ ਉਹਨਾਂ ਦੇ ਨਾਲ ਨਹੀਂ ਖੜਾ ਹੋਵੇਗਾ। ਯਿਸੂ ਮਸੀਹ ਦਾ ਕੰਮ ਕੀ ਹੈ ਸਾਡੇ ਲਈ? ਯਿਸੂ ਮਸੀਹ ਨੇ ਬਹੁਤ ਕੰਮ ਕੀਤੇ ਹਨ। ਯਿਸੂ ਮਸੀਹ ਦਾ ਇੱਕ ਵੱਡਾ ਕੰਮ ਆਪਣੇ ਵਿਸ਼ਵਾਸੀ ਲੋਕਾਂ ਲਈ ਇਹ ਹੈ ਕਿ ਯਿਸੂ ਮਸੀਹ ਸਾਡਾ ਵਕੀਲ ਹੈ। ਯਿਸੂ ਮਸੀਹ ਸਾਡੇ ਲਈ ਦਲੀਲਾਂ ਦਿੰਦਾ ਹੈ। ਅਸੀਂ ਪੜ੍ਹਦੇ ਹਾਂ ਇਬਰਾਨੀਆਂ ਦਾ ਖੱਤ, ਉਸ ਦਾ 10ਵਾਂ ਅਤੇ 11ਵਾਂ ਦਾ, ਇਹ ਵੀ ਕਿਵੇਂ ਅਸੀਂ ਪੜ੍ਹਦੇ ਹਾਂ ਵੀ ਯਿਸੂ ਮਸੀਹ ਸਾਡੇ ਲਈ ਦਲੀਲ ਦਿੰਦਾ ਹੈ ਪਰਮੇਸ਼ਵਰ ਦੇ ਸਵਰਗ ਦੇ ਵਿੱਚ। ਅਤੇ ਜਿਹਦੇ ਕੋਲ ਦਲੀਲ ਕਰਨ ਵਾਲਾ ਨਹੀਂ ਹੈ ਉਹ ਬਚਾਇਆ ਨਹੀਂ ਜਾਵੇਗਾ। ਕਿਉਂਕਿ ਉਹਨਾਂ ਦੇ ਪਾਪ ਉਹਨਾਂ ਦੇ ਸਿਰ ਉੱਤੇ ਲੱਗ ਜਾਣਗੇ। ਅਤੇ ਪਾਪਾਂ ਦੀ ਸਜ਼ਾ ਅਸੀਂ ਪੜ੍ਹਦੇ ਹਾਂ ਰੋਮੀਆਂ ਦਾ ਖੱਤ 6 ਅਧਿਆਏ 23 ਆਇਤ ਕਿ ਪਾਪਾਂ ਦੀ ਸਜ਼ਾ ਕੀ? ਪਾਪਾਂ ਦੀ ਮਜ਼ਦੂਰੀ ਕੀ ਹੈ? ਮੌਤ। ਪਾਪਾਂ ਦੀ ਵੇਜਸ, ਜਿੱਦਾਂ ਅਸੀਂ ਕੰਮ ਕਰਦੇ ਹਾਂ ਸਾਨੂੰ ਤਨਖਾਹ ਮਿਲਦੀ ਹੈ, ਪਾਪਾਂ ਦੀ ਤਨਖਾਹ ਕੀ ਹੈ? ਮੌਤ, ਸਦੀਪਕ ਮੌਤ, ਦੂਜੀ ਮੌਤ, ਜੋ ਕਿ ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਵੀ ਪੜ੍ਹਦੇ ਹਾਂ। ਅਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਜਿਹਦੇ ਕੋਲ ਮੈਂ ਹਾਂ ਉਹਦੇ ਕੋਲ ਕੀ? ਪਰਮੇਸ਼ਵਰ ਹੈ। ਜਿਹਦੇ ਕੋਲ ਮੈਂ ਨਹੀਂ ਹਾਂ ਉਹਦੇ ਕੋਲ ਨਾ ਤਾਂ ਪਰਮੇਸ਼ਵਰ ਹੈ ਅਤੇ ਨਾ ਹੀ ਸਦੀਪਕ ਜੀਵਨ ਹੈ। ਅਤੇ ਅੱਜ ਤੁਹਾਨੂੰ ਇਹ ਗੱਲ ਦੇਖਣ ਦੀ ਲੋੜ ਹੈ ਕਿ ਤੁਸੀਂ ਯਿਸੂ ਮਸੀਹ ਦੇ ਨਾਲ ਜੁੜੇ ਹੋ, ਕੀ ਤੁਸੀਂ ਪਰਮੇਸ਼ਵਰ ਦੇ ਨਾਲ ਜੁੜੇ ਹੋ। ਜੇ ਤੁਹਾਡਾ ਮਿਲਾਪ ਪਰਮੇਸ਼ਵਰ ਦੇ ਨਾਲ ਨਹੀਂ ਹੋਇਆ, ਬਾਈਬਲ ਦੇ ਪਰਮੇਸ਼ਵਰ ਦੇ ਨਾਲ ਨਹੀਂ ਹੋਇਆ, ਅਤੇ ਫਿਰ ਤੁਸੀਂ ਕੀ ਖੁਦਾ ਤੋਂ ਬਹੁਤ ਦੂਰ ਹੋ। ਅਤੇ ਅੰਤਿਮ ਦਿਨ ਤੁਹਾਡਾ ਨਿਆਏ ਹੋਵੇਗਾ। ਉਸ ਦਿਨ ਜੇ ਵਕੀਲ ਤੁਹਾਡੇ ਨਾਲ ਨਹੀਂ ਖੜਾ ਹੋਵੇਗਾ ਤੁਸੀਂ ਦੋਸ਼ੀ ਕਰਾਰ ਕੀਤੇ ਜਾਵੋਗੇ, ਪਰ ਜਿਹਦੇ ਕੋਲ ਵਕੀਲ ਹੈ ਉਹ ਕੀ? ਨਿਰਦੋਸ਼ ਕੀਤਾ ਜਾਵੇਗਾ। ਕਿਉਂਕਿ ਅਸੀਂ ਰੋਮੀਆਂ ਦੇ ਖੱਤ ਉਹਦਾ 8 ਅਧਿਆਏ ਉਹਦੀ 1 ਆਇਤ 'ਚ ਪੜ੍ਹਦੇ ਹਾਂ ਵੀ ਹੁਣ ਕੋਈ ਜੋ ਯਿਸੂ ਮਸੀਹ ਦੇ ਵਿੱਚ ਹੈ ਉਹਦੇ ਉੱਤੇ ਦੋਸ਼ ਨਹੀਂ ਲੱਗਿਆ। ਅਤੇ ਕਿੰਨਾ ਸਾਨੂੰ ਪ੍ਰਭੂ ਦਾ ਧੰਨਵਾਦ ਕਰਨ ਦੀ ਲੋੜ ਹੈ। ਖੁਦਾਵੰਦ ਤੇਰਾ ਧੰਨਵਾਦ ਕਰਦੇ ਹਾਂ ਕਿ ਹੁਣ ਸਾਡੇ 'ਤੇ ਦੋਸ਼ ਨਹੀਂ ਲੱਗਿਆ। ਹਾਲਾਂਕਿ ਅਸੀਂ ਪਾਪੀ ਹਾਂ, ਹਾਲਾਂਕਿ ਅਸੀਂ ਕੰਮ ਉਹ ਕੀਤੇ ਜਿਹੜੇ ਕਿ ਤੈਨੂੰ ਨਹੀਂ ਸੀ ਚੰਗੇ ਲੱਗਦੇ ਖੁਦਾਵੰਦ, ਪਰ ਤੂੰ ਯਿਸੂ ਮਸੀਹ ਵਿੱਚ ਸਾਨੂੰ ਕੀ ਨਵਾਂ ਕਰ ਦਿੱਤਾ, ਸਾਨੂੰ ਚੰਗਾ ਕਰ ਦਿੱਤਾ, ਸਾਨੂੰ ਪਵਿੱਤਰਤਾ ਹੀ ਪ੍ਰਭੂ ਦੀ ਦੇ ਦਿੱਤੀ। ਹੁਣ ਅਸੀਂ ਪ੍ਰਭੂ ਦੇ ਸਵਰਗ ਵਿੱਚ ਵੜ ਸਕਦੇ ਹਾਂ ਕਿਉਂਕਿ ਪ੍ਰਭੂ ਦੀ ਪਵਿੱਤਰਤਾ ਹੀ ਸਾਡੇ ਉੱਤੇ ਲੱਗ ਗਈ ਹੈ। ਅਤੇ ਪ੍ਰਭੂ ਖੁਦ ਸਾਡੇ ਲਈ ਦਲੀਲਾਂ ਦਿੰਦਾ ਹੈ ਪਰਮੇਸ਼ਵਰ ਦੇ ਮੋਹਰੇ ਸਵਰਗ ਦੇ ਵਿੱਚ। ਅਤੇ ਯਿਸੂ ਮਸੀਹ ਨਾ ਹੀ ਸਾਡਾ ਮਿਲਾਪ ਕਾਰੀ ਹੈ, ਪਰ ਉਹ ਸਾਡੀ ਦਲੀਲ ਵੀ ਦਿੰਦਾ ਹੈ, ਉਹ ਸਾਡੇ ਲਈ ਦਲੀਲ ਦਿੰਦਾ ਹੈ ਪਰਮੇਸ਼ਵਰ ਦੇ ਮੋਹਰੇ। ਅਤੇ ਇਹੀ ਅਸੀਂ ਦੇਖਦੇ ਹਾਂ। ਦੂਜੀ ਗੱਲ ਵੀ ਕਿਵੇਂ ਯਿਸੂ ਮਸੀਹ ਨੇ ਸਾਨੂੰ ਖੁਸ਼ਖਬਰੀ ਸੁਣਾਈ। ਜਿਹੜਾ ਖੁਸ਼ਖਬਰੀ 'ਤੇ ਵਿਸ਼ਵਾਸ ਕਰਦਾ ਹੈ, ਹੁਣ ਖੁਸ਼ਖਬਰੀ ਕੀ ਹੈ? ਤੁਸੀਂ ਪਾਪਾਂ 'ਚ ਫਸੇ ਸੀ,
ਤੇ ਪਰਮੇਸ਼ਰ ਨੇ ਤੁਹਾਡੇ ਉੱਤੇ ਦਇਆ ਕੀਤੀ, ਉਹਨੇ ਆਪਣੇ ਪੁੱਤਰ ਨੂੰ ਇਸ ਸੰਸਾਰ 'ਚ ਘੱਲਿਆ। ਉਸਦੇ ਪੁੱਤਰ ਨੇ ਇੱਕ ਵੀ ਪਾਪ ਨਹੀਂ ਕੀਤਾ ਤੇ ਉਹ ਸਲੀਬ ਤੇ ਮਾਰਿਆ ਗਿਆ ਤੇ ਸਲੀਬ ਉੱਤੇ ਉਹਨੇ ਸਾਡੇ ਪਾਪਾਂ ਦਾ ਹਰਜਾਨਾ ਭਰ ਦਿੱਤਾ ਤੇ ਉਹ ਤੀਜੇ ਦਿਨ ਜਿੰਦਾ ਹੋ ਗਿਆ। ਤੀਜੇ ਦਿਨ ਜਿੰਦਾ ਜਦੋਂ ਹੋ ਗਿਆ, ਉਹਨੇ ਇਹ ਪ੍ਰੂਵ ਕਰ ਦਿੱਤਾ, ਸਾਨੂੰ ਦਿਖਾ ਦਿੱਤਾ ਕਿ ਉਹ ਵਾਕਈ ਹੀ ਪਰਮੇਸ਼ਵਰ ਹੈ, ਜੋ ਕਿ ਸਾਨੂੰ ਸਾਡੇ ਪਾਪਾਂ ਦੀ ਸਜ਼ਾ ਤੋਂ ਬਚਾਉਂਦਾ ਹੈ ਤੇ ਸਾਨੂੰ ਪਰਮੇਸ਼ਵਰ ਦੇ ਨਾਲ ਜੋੜਦਾ ਹੈ। ਇਹ ਖੁਸ਼ਖਬਰੀ ਹੈ। ਹੁਣ ਸਾਨੂੰ ਨਾ ਤਾਂ ਕੋਈ ਦਾਨ ਪੁੰਨ ਕਰਨ ਦੀ ਲੋੜ ਹੈ, ਨਾ ਤਾਂ ਸਾਨੂੰ ਪਹਾੜਾਂ 'ਤੇ ਜਾਣ ਦੀ ਲੋੜ ਹੈ, ਨਾ ਤਾਂ ਸਾਨੂੰ ਕੋਈ ਪਾਣੀ ਕ੍ਰੋਸ ਕਰਨ ਦੀ ਲੋੜ ਹੈ ਪ੍ਰਭੂ ਨੂੰ ਮਿਲਣ ਲਈ। ਪ੍ਰਭੂ ਸਾਡੇ ਕੋਲ ਖੁਦ ਆਪ ਆਉਂਦਾ ਹੈ। ਇਹ ਖੁਸ਼ਖਬਰੀ ਹੈ ਅਤੇ ਇਹ ਖੁਸ਼ਖਬਰੀ ਸਾਰਿਆਂ ਲਈ ਹੈ, ਉਹਨਾਂ ਲੋਕਾਂ ਲਈ ਜੋ ਕਿ ਅੰਧਕਾਰ 'ਚ ਫਸੇ ਹਨ। ਅਤੇ ਜੋ ਕੋਈ ਇਹ ਖੁਸ਼ਖਬਰੀ 'ਤੇ ਵਿਸ਼ਵਾਸ ਕਰਦਾ ਹੈ ਉਹ ਕੀ ਬਚਾਇਆ ਜਾਂਦਾ ਹੈ। ਅਤੇ ਹੁਣ ਅੱਜ ਮੈਂ ਸਵਾਲ ਪੁੱਛਦਾ ਤੁਹਾਨੂੰ, ਕੀ ਤੁਸੀਂ ਇਹ ਖੁਸ਼ਖਬਰੀ 'ਤੇ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਆਪਣੇ ਮੂੰਹ ਨਾਲ ਇਕਰਾਰ ਕਰਦੇ ਹੋ ਕਿ ਯਿਸੂ ਮਸੀਹ ਹੀ ਪ੍ਰਭੂ ਹੈ? ਕੀ ਤੁਸੀਂ ਆਪਣੇ ਦਿਲਾਂ ਵਿੱਚ ਇਕਰਾਰ ਕਰਦੇ ਹੋ ਕਿ ਵਾਕਈ ਹੀ ਖੁਦਾਵੰਦ ਨੇ ਮੇਰੇ ਲਈ ਜਾਨ ਦਿੱਤੀ ਹੈ? ਜੇ ਤੁਸੀਂ ਆਪਣੇ ਪਾਪਾਂ ਤੋਂ ਤੌਬਾ ਕਰਦੇ ਹੋ ਹੁਣ ਅਤੇ ਪ੍ਰਭੂ ਕੋਲ ਆ ਕੇ ਮਾਫੀ ਮੰਗਦੇ ਹੋ, ਉਹ ਕੀ ਤੁਹਾਨੂੰ ਮਾਫ ਕਰਦਾ ਹੈ। ਇਹ ਖੁਸ਼ਖਬਰੀ ਹੈ ਅਤੇ ਉਹਨੇ ਇਹ ਖੁਸ਼ਖਬਰੀ ਦੋਨਾਂ ਧਿਰਾਂ ਨੂੰ ਸੁਣਾ ਦਿੱਤੀ। ਅਤੇ ਜਿਹੜਾ ਕੋਈ ਵਿਸ਼ਵਾਸ ਕਰਦਾ ਹੈ ਉਹ ਕੀ ਬਚਾਇਆ ਜਾਂਦਾ ਹੈ। ਜਿਹੜਾ ਯਿਸੂ ਮਸੀਹ ਤੋਂ ਦੂਰ ਹੈ, ਯਿਸੂ ਮਸੀਹ ਉਹਦੇ ਕੋਲ ਦੂਰ ਹੈ, ਇਹਦਾ ਮਤਲਬ ਇਹ ਹੈ ਕਿ ਪਰਮੇਸ਼ਵਰ ਦੀ ਕਿਰਪਾ ਉਹਦੇ ਉੱਤੇ ਨਹੀਂ ਹੈ। ਹਾਲਾਂਕਿ ਪਰਮੇਸ਼ਵਰ ਇਸ ਸੰਸਾਰ ਨੂੰ ਰੋਟੀ ਦਿੰਦਾ ਹੈ, ਸੰਸਾਰ ਨੂੰ ਕੱਪੜੇ ਦਿੰਦਾ ਹੈ, ਸੰਸਾਰ ਨੂੰ ਬਹੁਤ ਚੀਜ਼ਾਂ ਦਿੰਦਾ ਹੈ, ਸਾਨੂੰ ਸਾਹ ਲੈਣ ਲਈ ਆਕਸੀਜਨ ਵੀ ਦਿੰਦਾ ਹੈ, ਸਾਨੂੰ ਚੰਗੇ ਫਲ ਪੇੜ ਦਿੰਦਾ ਹੈ, ਸਾਨੂੰ ਬੱਦਲ ਦਿੰਦਾ ਹੈ, ਹੌਲੀਡੇ ਲੋਕ ਜਾਂਦੇ ਹਨ, ਕਿੰਨਾ ਕੁਛ ਅਸੀਂ ਦੇਖਦੇ ਹਾਂ ਵੀ ਲੋਕਾਂ ਨੂੰ ਚੰਗੀਆਂ ਚੀਜ਼ਾਂ ਖੁਦਾਵੰਦ ਨੇ ਦਿੱਤੀਆਂ ਹਨ, ਪਰ ਅਸੀਂ ਉਹਨਾਂ ਦਾ ਧੰਨਵਾਦ ਨਹੀਂ ਕੀਤਾ। ਕਿੰਨੇ ਲੋਕ ਪਰਮੇਸ਼ਵਰ ਦਾ ਅੱਜ ਧੰਨਵਾਦ ਕਰਦੇ ਹਨ, ਪਰ ਸਾਨੂੰ ਪਰਮੇਸ਼ਵਰ ਦਾ ਹਮੇਸ਼ਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੇ ਨਾਮ ਨੂੰ ਯਾਦ ਰੱਖਣਾ ਚਾਹੀਦਾ ਕਿ ਇਹ ਸਭ ਯਿਸੂ ਮਸੀਹ ਦੇ ਕਰਕੇ ਹੀ ਹੋ ਰਿਹਾ ਹੈ। ਅਤੇ ਕਿਉਂਕਿ ਕਈ ਲੋਕ ਯਿਸੂ ਮਸੀਹ ਤੋਂ ਦੂਰ ਹਨ, ਉਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਉਹਨਾਂ ਨੂੰ ਲੱਗਦਾ ਹੈ ਕਿ ਇਹ ਝੂਠ ਹੈ। ਪਰ ਅੰਤਿਮ ਦਿਨ ਤਾਂ ਆ ਰਿਹਾ ਹੈ ਸਾਡੇ ਸਾਰਿਆਂ ਲਈ। ਕੀ ਤੁਸੀਂ ਅੰਤਿਮ ਦਿਨ ਲਈ ਤਿਆਰ ਹੋ? ਮਸੀਹ ਲੋਕ ਤਿਆਰ ਹਨ, ਜੋ ਕਿ ਸੱਚੇ ਮਸੀਹ ਲੋਕ ਹਨ। ਅਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਹਾਂ, ਕਈ ਲੋਕਾਂ ਨੂੰ ਲੱਗਦਾ ਹੈ ਕਿਉਂਕਿ ਕਈ ਲੋਕਾਂ ਨੂੰ ਇੱਦਾਂ ਲੱਗਦਾ ਹੈ ਕਿ ਸ਼ਾਇਦ ਉਹ ਮਸੀਹ ਦੇ ਪਰਿਵਾਰ 'ਚ ਉਹਨਾਂ ਦਾ ਜਨਮ ਹੋਇਆ ਅਤੇ ਉਹ ਬਾਏ ਡੀਫੋਲਟ ਆਟੋਮੈਟਿਕਲੀ ਉਹ ਮਸੀਹ ਬਣ ਗਏ। ਇਹ ਚੀਜ਼ ਬਹੁਤ ਗਲਤ ਹੈ। ਕਿਉਂਕਿ ਹਰੇਕ ਜੋ ਜਨਮਿਆ ਹੈ ਉਹ ਪਾਪ 'ਚ ਜਨਮਿਆ ਹੈ, ਇਸ ਲਈ ਉਹਨਾਂ ਨੂੰ ਪਾਪਾਂ ਤੋਂ ਤੌਬਾ ਕਰਨ ਦੀ ਲੋੜ ਹੈ। ਜੇ ਤੁਹਾਡੇ ਮਾਂ-ਬਾਪ ਮਸੀਹੀ ਹਨ ਜਾਂ ਤੁਹਾਡਾ ਪਿਤਾ ਪਾਸਟਰ ਹੈ ਜਾਂ ਸੇਵਕਾਈ ਕਰਦੇ ਹਨ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਵੀ ਐਜ਼ ਉਹਨਾਂ ਦੇ ਚਿਲਡਰਨ, ਉਹਨਾਂ ਦੇ ਬੱਚੇ, ਤੁਸੀਂ ਵੀ ਮਸੀਹ ਹੋ। ਨਹੀਂ, ਤੁਹਾਨੂੰ ਵੀ ਤੌਬਾ ਕਰਨ ਦੀ ਲੋੜ ਹੈ, ਤੁਹਾਨੂੰ ਵੀ ਮਸੀਹ ਦੇ ਵੱਲ ਮੁੜਨ ਦੀ ਲੋੜ ਹੈ। ਹਾਂ, ਇਹ ਅਸੀਂ ਧੰਨਵਾਦ ਕਰਦੇ ਹਾਂ ਕਿ ਖੁਦਾਵੰਦ ਤੇਰਾ ਧੰਨਵਾਦ ਕਰਦੇ ਹਾਂ ਉਹਨਾਂ ਬੱਚਿਆਂ ਲਈ ਜੋ ਕਿ ਮਸੀਹ ਪਰਿਵਾਰਾਂ 'ਚ ਜੰਮੇ। ਕਿਉਂਕਿ ਉਹਨਾਂ ਦੇ ਕੋਲ ਵਚਨ ਆ ਗਿਆ ਜਨਮ ਤੋਂ ਹੀ, ਕਿਉਂਕਿ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਵਚਨ ਦੱਸਣਾ ਸ਼ੁਰੂ ਕਰ ਦਿੱਤਾ। ਪਰ ਇੱਕ ਟਾਈਮ ਉਹਨਾਂ ਦੀ ਜ਼ਿੰਦਗੀ 'ਚ ਵੀ ਇੱਦਾਂ ਦਾ ਆਉਂਦਾ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ, ਉਹਨਾਂ ਬੱਚਿਆਂ ਨੂੰ, ਕਿ ਅਸੀਂ ਖੁਦਾਵੰਦ ਦੇ ਖਿਲਾਫ ਪਾਪ ਕੀਤਾ ਹੈ, ਇਸ ਲਈ ਸਾਨੂੰ ਤੌਬਾ ਕਰਨ ਦੀ ਲੋੜ ਹੈ। ਅਤੇ ਇਸ ਕਰਕੇ ਇਹ ਭੁੱਲ ਕਦੀ ਨਾ ਕਰੋ ਆਪਣੇ ਬੱਚਿਆਂ ਨਾਲ। ਜਸਟ ਬਿਕੋਜ਼ ਦੇ ਆਰ ਬੋਰਨ ਇਨ ਯੋਰ ਫੈਮਿਲੀ, ਜਸਟ ਬਿਕੋਜ਼ ਉਹ ਤੁਹਾਡੇ ਘਰਾਂ ਦੇ ਵਿੱਚ ਜੰਮੇ ਹਨ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਖੁਦਾਵੰਦ ਦੇ ਨਾਲ ਸਹੀ ਜੀਵਨ ਬਿਤਾਉਂਦੇ ਹਨ। ਆਪਣੇ ਬੱਚਿਆਂ ਨੂੰ ਪੁੱਛੋ ਕੀ ਤੁਹਾਡਾ ਵਿਸ਼ਵਾਸ ਵਾਕਈ ਹੀ ਖੁਦਾਵੰਦ ਯਿਸੂ ਮਸੀਹ 'ਤੇ ਹੈ। ਜੇ ਨਹੀਂ ਹੈ, ਜੇ ਤੁਸੀਂ ਤੌਬਾ ਪਾਪਾਂ ਤੋਂ ਨਹੀਂ ਕੀਤੀ ਤਾਂ ਕਰੋ, ਕਿਉਂਕਿ ਉਹ ਟਾਈਮ ਆ ਰਿਹਾ ਹੈ ਜਦੋਂ ਖੁਦਾਵੰਦ ਨੇ ਚਰਚ ਤੋਂ ਜਜਮੈਂਟ ਸ਼ੁਰੂ ਕਰਨੀ ਹੈ। ਚਰਚ ਤੋਂ ਖੁਦਾਵੰਦ ਨੇ ਦੁਨੀਆ ਦਾ ਨਿਆਂ ਸ਼ੁਰੂ ਕਰਨਾ ਹੈ। ਪਹਿਲਾਂ ਚਰਚ ਦੇ ਲੋਕਾਂ ਤੋਂ ਸ਼ੁਰੂ ਹੋਣਾ ਹੈ ਅਤੇ ਜੋ ਯਿਸੂ ਮਸੀਹ ਦੇ ਵਿੱਚ ਨਹੀਂ ਪਾਏ ਗਏ ਉਹਨਾਂ ਨੂੰ ਕੀ ਨਕਾਰ ਦੇਣਾ ਹੈ, ਉਹਨਾਂ ਨੂੰ ਕੀ ਨਰਕ ਦੀ ਅੱਗ ਵਿੱਚ ਸੁੱਟ ਦੇਣਾ ਹੈ। ਇਹ ਖੁਦਾਵੰਦ ਦਾ ਵਚਨ ਕਹਿੰਦਾ ਹੈ, ਮੈਂ ਨਹੀਂ ਕਹਿੰਦਾ। ਅਤੇ ਦੂਜੀ ਗੱਲ ਇਹ ਹੈ, ਉਸ ਤੋਂ ਬਾਅਦ ਉਹਨਾਂ ਲੋਕਾਂ ਦਾ ਨਿਆਂ ਹੋਣਾ ਹੈ ਜੋ ਕਿ ਅੰਧਕਾਰ 'ਚ ਫਸੇ ਹੋਏ ਸਨ ਅਤੇ ਜੋ ਕਿ ਖੁਦਾਵੰਦ ਯਿਸੂ ਮਸੀਹ ਤੋਂ ਬਿਨਾਂ ਮਰ ਗਏ। ਇਹ ਬਹੁਤ ਹੀ ਸੋਬਰ, ਇੱਕ ਜਿੱਦਾਂ ਕਹਿੰਦੇ ਨਹੀਂ ਵੀ ਬਹੁਤ ਹੀ ਡੂੰਘੀ ਗੱਲ ਹੈ ਅਤੇ ਸਾਨੂੰ ਇਹ ਗੱਲ ਉੱਤੇ ਬਹੁਤ ਮਨ ਲਾਉਣਾ ਚਾਹੀਦਾ ਹੈ ਅਤੇ ਸਾਨੂੰ ਪੁੱਛਣਾ ਚਾਹੀਦਾ ਹੈ ਆਪਣੇ ਲੋਕਾਂ ਨੂੰ, ਕੀ ਤੁਹਾਡਾ ਯਿਸੂ ਮਸੀਹ 'ਤੇ ਵਿਸ਼ਵਾਸ ਹੈ ਜਾਂ ਨਹੀਂ? ਕੀ ਤੁਸੀਂ ਖੁਸ਼ਖਬਰੀ 'ਤੇ ਵਿਸ਼ਵਾਸ ਕਰਦੇ ਹੋ ਜਾਂ ਨਹੀਂ? ਅਤੇ ਤੀਜੀ ਗੱਲ ਇਹ ਹੈ, ਫਿਰ ਅਸੀਂ ਪੜ੍ਹਦੇ ਹਾਂ ਉਹਦੀ 17 ਆਇਤ ਤੋਂ, ਕਿਉਂਕਿ ਜੋ ਉਸੇ ਦੇ ਦੁਆਰਾ ਇੱਕੋ ਆਤਮਾ ਵਿੱਚ ਪਿਤਾ ਵੱਲ ਅਸਾਂ ਦੋਹਾਂ ਦੀ ਢੋਈ ਹੁੰਦੀ ਹੈ, ਸੋ ਹੁਣ ਤੋਂ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ, ਸਗੋਂ ਸੰਤਾਂ ਦੇ ਵਤਨੀ ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ। ਕਿਉਂਕਿ ਯਿਸੂ ਮਸੀਹ ਤੁਹਾਡੇ ਕੋਲ ਆਇਆ, ਕਿਉਂਕਿ ਤੁਸੀਂ ਯਿਸੂ ਮਸੀਹ 'ਤੇ ਵਿਸ਼ਵਾਸ ਕੀਤਾ,
ਕਿਉਂਕਿ ਤੁਹਾਡਾ ਮਿਲਾਪ ਹੋ ਗਿਆ, ਕਿਉਂਕਿ ਤੁਸੀਂ ਖੁਸ਼ਖਬਰੀ 'ਤੇ ਯਕੀਨ ਕਰ ਲਿਆ, ਤੁਸੀਂ ਬੁਲਾਏ ਗਏ ਅਤੇ ਤੁਸੀਂ ਚੰਗੇ ਕੀਤੇ ਗਏ, ਤੁਸੀਂ ਤੁਹਾਡੇ ਕੋਲ ਆਤਮਿਕ ਉન્નਤੀ ਆ ਗਈ, ਤੁਹਾਡੇ ਕੋਲ ਸਦੀਪਕ ਜੀਵਨ ਆ ਗਿਆ। ਕਿਉਂਕਿ ਇੱਦਾਂ ਤੁਹਾਡੇ ਨਾਲ ਹੋ ਗਿਆ ਅਤੇ ਤੁਸੀਂ ਪਿਤਾ ਦੇ ਮੋਹਰੇ ਲਿਆਂਦੇ ਗਏ ਅਤੇ ਪਿਤਾ ਨੇ ਤੁਹਾਨੂੰ ਕੀ ਸਵੀਕਾਰ ਕਰ ਲਿਆ, ਪਿਤਾ ਪਰਮੇਸ਼ਵਰ ਨੇ ਤੁਹਾਨੂੰ ਸਵੀਕਾਰ ਕਰ ਲਿਆ। ਅਤੇ ਹੁਣ ਤੁਸੀਂ ਓਪਰੀ ਕੌਮਾਂ ਦੇ ਲੋਕ ਨਹੀਂ ਖਿਲਾਏ ਜਾਂਦੇ, ਤੁਸੀਂ ਪਰਮੇਸ਼ਵਰ ਦੇ ਵਤਨ ਦੇ ਲੋਕ ਖਿਲਾਏ ਜਾਂਦੇ ਹੋ। ਇਸ ਕਰਕੇ ਜਿੱਦਾਂ ਮੈਂ ਪਹਿਲਾਂ ਵੀ ਕਹਿੰਦਾ ਸੀਗਾ, ਨਾ ਤਾਂ ਕੋਈ ਯਹੂਦੀ ਹੈ ਅਤੇ ਨਾ ਹੀ ਕੋਈ ਗੈਰ ਕੌਮੀ ਹੈ, ਨਾ ਕੋਈ ਉੱਚੀ ਜਾਤ ਵਾਲਾ ਹੈ, ਨਾ ਨੀਵੀਂ ਜਾਤ ਵਾਲਾ ਹੈ, ਨਾ ਕੋਈ ਅਮੀਰ ਹੈ, ਨਾ ਗਰੀਬ ਹੈ, ਸਭ ਮਸੀਹ ਦੇ ਵਿੱਚ ਇੱਕ ਹਨ। ਨਾ ਤਾਂ ਕੋਈ ਆਦਮੀ ਔਰਤ ਤੋਂ ਬਿਹਤਰ ਹੈ ਜਾਂ ਕੋਈ ਔਰਤ ਆਦਮੀ ਤੋਂ ਬਿਹਤਰ ਹੈ, ਨਾ ਤਾਂ ਬੱਚੇ ਬਜ਼ੁਰਗਾਂ ਤੋਂ ਬਿਹਤਰ ਹਨ, ਨਾ ਤਾਂ ਬਜ਼ੁਰਗ ਬੱਚਿਆਂ ਤੋਂ ਬਿਹਤਰ ਹਨ। ਸਭ ਲੋਕ ਪਰਮੇਸ਼ਵਰ ਦੇ ਲਈ ਇੱਕ ਸਮਾਨ ਹਨ। ਇਸ ਲਈ ਇੱਕ ਦੂਸਰੇ ਦੀ ਰਿਸਪੈਕਟ ਕਰੋ, ਚਾਹੇ ਉਹ ਤੁਹਾਡੇ ਤੋਂ ਛੋਟਾ ਹੈ ਜਾਂ ਵੱਡਾ ਹੈ, ਚਾਹੇ ਉਹ ਕੋਈ ਔਰਤ ਹੈ ਜਾਂ ਮਰਦ ਹੈ, ਸਾਰਿਆਂ ਦੀ ਰਿਸਪੈਕਟ ਕਰੋ। ਕਿਉਂਕਿ ਪਰਮੇਸ਼ਵਰ ਦੇ ਹੁਣ ਅਸੀਂ ਲੋਕ ਕਹਿਲਾਏ ਜਾਂਦੇ ਹਾਂ, ਪਰਮੇਸ਼ਵਰ ਦੇ ਵਤਨ ਦੇ ਅਸੀਂ ਨਾਗਰਿਕ ਕਹਿਲਾਏ ਜਾਂਦੇ ਹਾਂ। ਇਸ ਲਈ ਇੱਕ ਦੂਜੇ ਨਾਲ ਫੈਲੋਸ਼ਿਪ ਰੱਖੋ, ਇੱਕ ਦੂਜੇ ਨਾਲ ਸੰਗਤ ਰੱਖੋ, ਕਿਉਂਕਿ ਪਰਮੇਸ਼ਵਰ ਦੀ ਸੰਗਤ ਹੁਣ ਸਾਡੇ ਨਾਲ ਹੈ। ਇਹ ਸੰਗਤ ਜੋ ਹੈ ਇਹ ਇੱਕ ਰੂਹਾਨੀ ਸੰਗਤ ਹੈ ਜੋ ਕਿ ਖੁਦਾਵੰਦ ਵੱਲੋਂ ਸਾਨੂੰ ਤੋਹਫੇ ਵਿੱਚ ਮਿਲਦੀ ਹੈ। ਕਿਉਂਕਿ ਅਸੀਂ ਬਚਾਏ ਗਏ, ਬੁਲਾਏ ਗਏ ਅਤੇ ਸਾਡਾ ਮਿਲਾਪ ਪਰਮੇਸ਼ਵਰ ਨਾਲ ਹੋ ਗਿਆ। ਹੁਣ ਸਾਡੀ ਸੰਗਤ ਵੀ ਪਰਮੇਸ਼ਵਰ ਨਾਲ ਹੈ। ਕਿਉਂਕਿ ਨਾ ਤਾਂ ਉਹ ਸਿਰਫ ਸਾਡਾ ਪਰਮੇਸ਼ਵਰ ਹੈ, ਪਰ ਉਹ ਹੁਣ ਸਾਡਾ ਪਿਤਾ ਵੀ ਹੈ। ਇਸ ਲਈ ਸਾਨੂੰ ਹਮੇਸ਼ਾ ਖੁਦਾਵੰਦ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ, ਉਸਦੇ ਵਚਨ ਨੂੰ ਪੜ੍ਹਨਾ ਚਾਹੀਦਾ ਹੈ, ਉਸਦੇ ਲੋਕਾਂ ਦੇ ਨਾਲ ਸੰਗਤ ਰੱਖਣੀ ਚਾਹੀਦੀ ਹੈ। ਅਤੇ ਹੋਰ ਕਿੰਨੇ ਲੋਕ ਹਨ ਜੋ ਕਿ ਸਾਡੇ ਤੋਂ ਪਹਿਲਾਂ ਆਏ, ਜਿਨ੍ਹਾਂ ਨੇ ਖੁਦਾਵੰਦ ਦੀ ਸੇਵਕਾਈ ਕੀਤੀ ਅਤੇ ਖੁਦਾਵੰਦ ਦੇ ਵਚਨਾਂ ਉੱਤੇ ਚੱਲੇ ਅਤੇ ਖੁਦਾਵੰਦ ਦੇ ਵਚਨ ਨੂੰ ਦੂਜੇ ਲੋਕਾਂ ਤੱਕ ਪਹੁੰਚਾਇਆ। ਅਤੇ ਅਸੀਂ ਕਿਵੇਂ ਦੇਖਦੇ ਹਾਂ ਵੀ ਕਿੰਨੇ ਸਾਲ ਅਸੀਂ ਦੇਖਦੇ ਹਾਂ ਕਿ ਚਰਚ ਹਿਸਟਰੀ ਦੇ ਵਿੱਚ ਦੇਖਦੇ ਹਾਂ ਕਿ ਕਿੰਨੇ ਲੋਕ ਬਹੁਤ ਹੀ ਡਿਫਰੈਂਟ ਦੇਸ਼ਾਂ ਤੋਂ ਆਉਂਦੇ ਹਨ ਅਤੇ ਉਹਨਾਂ ਨੇ ਦੂਸਰੇ ਦੇਸ਼ਾਂ 'ਚ ਜਾ ਕੇ ਖੁਦਾਵੰਦ ਦੇ ਪ੍ਰਚਾਰ ਨੂੰ ਕੀਤਾ, ਖੁਦਾਵੰਦ ਦਾ ਪ੍ਰਚਾਰ ਸੁਣਾਇਆ, ਖੁਦਾਵੰਦ ਦੀਆਂ ਬਾਈਬਲ ਦੀਆਂ ਗੱਲਾਂ ਨੂੰ ਦੱਸਿਆ। ਅਤੇ ਉਹਨਾਂ ਦੇ ਕਰਕੇ, ਉਹਨਾਂ ਦੇ ਤਸੀਹਾਂ ਦੇ ਕਰਕੇ, ਜੋ ਤਸੀਹ ਉਹਨਾਂ ਨੇ ਚੱਲੇ, ਉਹਨਾਂ ਦੇ ਕਰਕੇ ਸਾਡੇ ਕੋਲ ਵਿਸ਼ਵਾਸ ਆ ਗਿਆ। ਕਿਉਂਕਿ ਪਰਮੇਸ਼ਰ ਦੇ ਵਚਨ ਦੇ ਜ਼ਰੀਏ ਸਾਡੇ ਦਿਲਾਂ ਵਿੱਚ ਵਿਸ਼ਵਾਸ ਉਤਪੰਨ ਹੋ ਗਿਆ। ਇਹ ਵੀ ਪਰਮੇਸ਼ਵਰ ਦਾ ਕੰਮ ਹੈ। ਅਤੇ ਇਸ ਲਈ ਉਹ ਕਹਿੰਦਾ ਹੈ ਕਿ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਹੁਣ ਅਸੀਂ ਬਣੇ ਹੋਏ ਹਾਂ। ਅਤੇ ਉਸ ਨੀਂਹ ਦਾ ਜਿਹੜਾ ਖੂੰਜੇ ਦਾ ਪੱਥਰ ਹੈ ਉਹ ਕੀ ਮਸੀਹ ਯਿਸੂ ਖੁਦ ਆਪ ਹੈ। ਬਿਨਾਂ ਯਿਸੂ ਮਸੀਹ ਤੋਂ ਸਾਡੇ ਜ਼ਿੰਦਗੀਆਂ ਦੇ ਵਿੱਚ ਕੋਈ ਬਰਕਤ ਨਹੀਂ ਆ ਸਕਦੀ। ਬਿਨਾਂ ਯਿਸੂ ਮਸੀਹ ਤੋਂ ਸਾਡੀ ਜ਼ਿੰਦਗੀਆਂ ਵਿੱਚ ਸਦੀਪਕ ਜੀਵਨ ਨਹੀਂ ਆ ਸਕਦਾ। ਬਿਨਾਂ ਯਿਸੂ ਮਸੀਹ ਤੋਂ ਸਾਡੀ ਜ਼ਿੰਦਗੀਆਂ ਵਿੱਚ ਨਾ ਤਾਂ ਪਵਿੱਤਰ ਆਤਮਾ ਕੰਮ ਕਰ ਸਕਦਾ ਹੈ ਅਤੇ ਨਾ ਹੀ ਅਸੀਂ ਪਿਤਾ ਦੇ ਪੁੱਤਰ ਅਤੇ ਪੁੱਤਰੀਆਂ ਕਹਿਲਾਏ ਜਾ ਸਕਦੇ ਹਾਂ। ਇਸ ਲਈ ਪੌਲੁਸ ਕਹਿੰਦਾ ਹੈ ਫਿਰ 21ਵੀਂ ਆਇਤ ਵਿੱਚ ਕਹਿੰਦਾ ਹੈ, ਜਿਹਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ, ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ। ਇੱਕ ਸੰਗ ਅਸੀਂ ਪਹਿਲੇ ਪਤਰਸ ਵਿੱਚ ਵੀ ਪੜ੍ਹਦੇ ਹਾਂ, ਉਦੋਂ ਪਹਿਲਾ ਪਤਰਸ 2 ਅਧਿਆਇ, ਉਹਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਵੀ ਕਿਵੇਂ ਮਸੀਹ ਲੋਕ ਇੱਕ ਦੂਜੇ ਨਾਲ ਜੋੜੇ ਜਾਂਦੇ ਹਨ। ਅਤੇ ਕਿਉਂਕਿ ਉਹ ਇੱਕ ਸਵਰਗੀ ਹੈਕਲ, ਜੋ ਕਿ ਇੱਕ ਆਤਮਿਕ ਹੈਕਲ ਹੈ ਜਿਹਦੇ ਵਿੱਚ ਪਰਮੇਸ਼ਵਰ ਵਾਸ ਕਰਦਾ ਹੈ। ਹੁਣ ਚਰਚ ਮੈਂ ਇੱਟਾਂ ਦੀ ਨਹੀਂ ਗੱਲ ਕਰਦਾ, ਨਾ ਮੈਂ ਕਿਸੇ ਇਮਾਰਤ ਦੀ ਗੱਲ ਕਰਦਾ ਹਾਂ, ਮੈਂ ਲੋਕਾਂ ਦੀ ਗੱਲ ਕਰਦਾ ਹਾਂ, ਜੋ ਕਿ ਸੱਚੀ ਕਲੀਸਿਆ ਹੈ। ਸੱਚਾ ਚਰਚ ਕੀ ਹੈ? ਲੋਕ, ਪਰਮੇਸ਼ਵਰ ਦੇ ਲੋਕ। ਅਤੇ ਪਰਮੇਸ਼ਵਰ ਆਪਣੇ ਲੋਕਾਂ ਦੇ ਵਿੱਚ ਰਹਿੰਦਾ ਹੈ। ਅਤੇ ਜਦੋਂ ਪਰਮੇਸ਼ਵਰ ਦੇ ਲੋਕ ਜੋੜ ਕੇ ਇੱਕ ਮਨ ਹੋ ਕੇ, ਭੇਦਭਾਵ ਨੂੰ ਛੱਡ ਕੇ, ਜਾਤ ਪਾਤ ਨੂੰ ਛੱਡ ਕੇ, ਅਮੀਰੀ ਗਰੀਬੀ ਨੂੰ ਛੱਡ ਕੇ ਇੱਕ ਮਨ ਹੁੰਦੇ ਹਨ, ਪ੍ਰਭੂ ਦੇ ਕੰਮਾਂ ਨੂੰ ਕਰਦੇ ਹਨ, ਉਹਨਾਂ ਵਿੱਚ ਪਰਮੇਸ਼ਵਰ ਕੀ ਰਹਿੰਦਾ ਹੈ। ਅਤੇ ਇੱਦਾਂ ਅਸੀਂ ਪਰਮੇਸ਼ਵਰ ਦੀ ਆਤਮਿਕ ਹੈਕਲ ਬਣ ਜਾਂਦੇ ਹਾਂ। ਅਤੇ ਉਹ ਆਤਮਿਕ ਹੈਕਲ ਦਾ ਜਿਹੜਾ ਨੀਂਹ ਪੱਥਰ ਕੌਣ ਹੈ? ਯਿਸੂ ਮਸੀਹ। ਅਤੇ ਉਹ ਆਤਮਿਕ ਹੈਕਲ ਦੇ ਵਿੱਚ ਪਵਿੱਤਰ ਆਤਮਾ ਕੰਮ ਕਰਦਾ ਹੈ ਅਤੇ ਹੋਰ ਲੋਕ ਜੋੜਦਾ ਹੈ। ਅਤੇ ਇੱਦਾਂ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਮਿਲਦੀ ਹੈ। ਸਾਡੇ ਪਿਤਾ ਪਰਮੇਸ਼ਵਰ ਨੂੰ ਇਵੇਂ ਮਹਿਮਾ ਮਿਲਦੀ ਹੈ। ਅਤੇ ਇਹ ਜਿਹੜਾ ਅਧਿਆਇ ਅਸੀਂ ਦੇਖਿਆ, ਦੂਜਾ ਅਧਿਆਇ, ਇਹਦੇ ਵਿੱਚ ਅਸੀਂ ਕਿੰਨੀਆਂ ਗੱਲਾਂ ਦੇਖੀਆਂ।
ਅਸੀਂ ਆਪਣੇ ਕੰਮਾਂ ਦੇ ਕਰਕੇ ਨਹੀਂ ਬਚਾਏ ਗਏ, ਅਸੀਂ ਪਰਮੇਸ਼ਰ ਯਿਸੂ ਮਸੀਹ ਦੀ ਕਿਰਪਾ ਦੇ ਰਾਹੀਂ ਬਚਾਏ ਗਏ। ਇਹ ਕਿਰਪਾ ਪਰਮੇਸ਼ਰ ਪਿਤਾ ਵੱਲੋਂ ਆਉਂਦੀ ਹੈ ਅਤੇ ਪਵਿੱਤਰ ਆਤਮਾ ਦੇ ਜ਼ਰੀਏ ਇਹ ਜਿਹੜੀ ਕਿਰਪਾ ਹੈ ਸਾਡੇ ਉੱਤੇ ਜ਼ਾਹਰ ਹੁੰਦੀ ਹੈ। ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਕਿਵੇਂ ਤ੍ਰਿਏਕਤਵ ਪਰਮੇਸ਼ਰ ਪਿਤਾ, ਪੁੱਤਰ ਅਤੇ ਰੂਹ ਪਾਕ ਕਿਵੇਂ ਸਾਡੀ ਜ਼ਿੰਦਗੀ 'ਚ ਕੰਮ ਕਰਦੇ ਹਨ। ਸਾਡਾ ਇਹਦੇ ਵਿੱਚ ਕੋਈ ਇੱਕ ਕਹਿ ਲਓ ਵੀ ਸਾਡਾ ਕੋਈ ਅਸੀਂ ਇਹਦੇ ਵਿੱਚ ਦੇਣ ਨਹੀਂ ਹੈ। ਸਾਡੀ ਮੁਕਤੀ ਦੇ ਵਿੱਚ ਇਹ ਮੁਕਤੀ ਤੋਹਫਾ ਹੈ, ਪਰਮੇਸ਼ਰ ਵੱਲੋਂ ਸਾਨੂੰ ਮਿਲਿਆ ਹੈ। ਅਤੇ ਇਸ ਮੁਕਤੀ ਦੇ ਕਰਕੇ ਜੋ ਕਿ ਖੁਸ਼ਖਬਰੀ ਉੱਤੇ ਟਿਕੀ ਹੋਈ ਹੈ, ਬਿਨਾਂ ਖੁਸ਼ਖਬਰੀ ਤੋਂ ਮੁਕਤੀ ਨਹੀਂ ਮਿਲ ਸਕਦੀ। ਖੁਦਾਵੰਦ ਦੀ ਖੁਸ਼ਖਬਰੀ ਤੋਂ ਬਿਨਾਂ ਅਸੀਂ ਖੁਦਾਵੰਦ ਨੂੰ ਨਹੀਂ ਜਾਣ ਸਕਦੇ। ਅਤੇ ਜਦੋਂ ਸਾਡੀ ਜ਼ਿੰਦਗੀ 'ਚ ਮੁਕਤੀ ਆ ਗਈ, ਸਾਡੀ ਜ਼ਿੰਦਗੀ 'ਚ ਵੀ ਇਹ ਕੰਮ ਸ਼ੁਰੂ ਹੋ ਜਾਂਦੇ ਹਨ। ਖੁਦਾਵੰਦ ਦੇ ਨਾਲ ਮਿਲਾਪ, ਖੁਦਾਵੰਦ ਦੇ ਦੁਆਰਾ ਬੁਲਾਏ ਜਾਣਾ, ਇੱਕ ਦੂਸਰੇ ਦੇ ਨਾਲ ਸੰਗਤ ਅਤੇ ਭੇਦਭਾਵ ਖਤਮ, ਅਤੇ ਖੁਦਾਵੰਦ ਦੇ ਨਾਲ ਜੋੜ ਕੇ ਖੁਦਾਵੰਦ ਦੀ ਮਹਿਮਾ ਨੂੰ ਹੋਰ ਅੱਗੇ ਵਧਾਉਣਾ, ਸਾਡੀ ਜ਼ਿੰਦਗੀ ਵਿੱਚ ਇਹ ਕੰਮ ਕੀ ਸ਼ੁਰੂ ਹੋ ਜਾਂਦੇ ਹਨ। ਅਤੇ ਅੱਜ ਮੈਂ ਅੰਤਿਮ ਵਿੱਚ ਇਹੀ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ, ਕੀ ਤੁਸੀਂ ਆਪਣੀ ਜ਼ਿੰਦਗੀਆਂ ਦੇ ਜ਼ਰੀਏ ਖੁਦਾਵੰਦ ਨੂੰ ਮਹਿਮਾ ਦਿੰਦੇ ਹੋ? ਕੀ ਤੁਸੀਂ ਆਪਣੀ ਜ਼ਿੰਦਗੀਆਂ ਦੇ ਜ਼ਰੀਏ ਦੂਜੇ ਲੋਕਾਂ ਨੂੰ ਵੀ ਬਰਕਤ ਦਿੰਦੇ ਹੋ? ਕੀ ਤੁਹਾਡੀ ਜ਼ਿੰਦਗੀਆਂ ਵਿੱਚ ਭੇਦਭਾਵ ਹੈ? ਕੀ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਅਮੀਰੀ ਗਰੀਬੀ ਦਾ ਭੇਦਭਾਵ ਹੈ ਜਾਂ ਜਾਤ ਪਾਤ ਦਾ ਭੇਦਭਾਵ ਹੈ? ਹਾਲੇ ਵੀ ਮਸੀਹ ਲੋਕਾਂ ਦੇ ਵਿੱਚ ਇਹ ਗੱਲਾਂ ਪਾਈਆਂ ਜਾਂਦੀਆਂ ਹਨ। ਕਈ ਵਾਰੀ ਇਹ ਬਹੁਤ ਹੀ ਸ਼ਰਮਨਾਕ ਗੱਲਾਂ ਹਨ ਅਤੇ ਇਹ ਗੱਲਾਂ ਸਾਡੀ ਜ਼ਿੰਦਗੀਆਂ 'ਚ ਨਹੀਂ ਹੋਣੀਆਂ ਚਾਹੀਦੀਆਂ। ਇਸ ਲਈ ਖੁਦਾਵੰਦ ਦੇ ਵਚਨ ਦੇ ਉੱਤੇ ਸਾਡਾ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਖੁਦਾਵੰਦ ਦੇ ਵਚਨਾਂ ਉੱਤੇ ਸਾਨੂੰ ਚੱਲਣਾ ਚਾਹੀਦਾ ਹੈ। ਅਤੇ ਇੱਦਾਂ ਹੀ ਅਸੀਂ ਖੁਦਾਵੰਦ ਨੂੰ ਵੀ ਦਿਖਾ ਸਕਦੇ ਹਾਂ ਅਤੇ ਲੋਕਾਂ ਨੂੰ ਵੀ ਦਿਖਾ ਸਕਦੇ ਹਾਂ ਕਿ ਅਸੀਂ ਵਾਕਈ ਹੀ ਖੁਦਾਵੰਦ ਦੇ ਲੋਕ ਹਾਂ। ਕਿਉਂਕਿ ਹੁਣ ਸਾਡਾ ਚਾਲ ਚੱਲਣ ਪੁਰਾਣੀਆਂ ਕੌਮਾਂ ਦੇ ਜਿੱਦਾਂ ਲੋਕ ਕਰਦੇ ਹਨ, ਜਿਨ੍ਹਾਂ ਪੁਰਾਣੀਆਂ ਕੌਮਾਂ ਦੇ ਲੋਕ ਅਸੀਂ ਵੀ ਸੀ, ਹੁਣ ਉਹ ਸਾਡੇ ਕੰਮ ਕੀ ਬਦਲ ਗਏ ਹਨ ਅਤੇ ਹੁਣ ਸਾਡੇ ਨਵੇਂ ਕੰਮ ਸ਼ੁਰੂ ਹੋ ਗਏ ਹਨ ਜੋ ਕਿ ਪ੍ਰਭੂ ਦੀ ਮਹਿਮਾ ਨੂੰ ਹੋਰ ਅੱਗੇ ਵਧਾਉਂਦੇ ਹਨ। ਅਤੇ ਅਸੀਂ ਆਪਣੇ ਕੰਮਾਂ ਦੇ ਰਾਹੀਂ ਨਹੀਂ ਬਚਾਏ ਜਾਂਦੇ, ਜਿਵੇਂ ਕਿ ਅਸੀਂ ਦੇਖਿਆ ਅਫਸੀਆਂ ਦੇ ਖੱਤ ਵਿੱਚ, ਪਰ ਅਸੀਂ ਖੁਦਾਵੰਦ ਦੀ ਕਿਰਪਾ ਦੇ ਰਾਹੀਂ ਬਚਾਏ ਜਾਂਦੇ ਹਾਂ। ਕੀ ਤੁਸੀਂ ਇਹ ਕਿਰਪਾ ਦੇ ਬਾਰੇ ਦੂਸਰੇ ਲੋਕਾਂ ਨੂੰ ਦੱਸਦੇ ਹੋ? ਕੀ ਤੁਸੀਂ ਦੂਸਰੇ ਲੋਕਾਂ ਲਈ ਪ੍ਰਾਰਥਨਾ ਕਰਦੇ ਹੋ ਜੋ ਕਿ ਗੈਰ ਕੌਮਾਂ ਦੇ ਹਨ, ਜੋ ਕਿ ਪਰਮੇਸ਼ਵਰ ਤੋਂ ਬਹੁਤ ਦੂਰ ਹਨ? ਕੀ ਤੁਸੀਂ ਉਹਨਾਂ ਲੋਕਾਂ ਨੂੰ ਪਰਮੇਸ਼ਵਰ ਦੇ ਬਾਰੇ ਦੱਸਦੇ ਹੋ? ਜੇ ਨਹੀਂ ਤਾਂ ਪਰ ਕਿਉਂ ਨਹੀਂ? ਸਾਨੂੰ ਸਾਰਿਆਂ ਨੂੰ ਇਹ ਗੱਲਾਂ ਦੱਸਣੀਆਂ ਚਾਹੀਦੀਆਂ ਹਨ ਅਤੇ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਉਹਨਾਂ ਲੋਕਾਂ ਲਈ ਜੋ ਕਿ ਗੁਆਚੇ ਹੋਏ ਹਨ। ਅਤੇ ਜੋ ਲੋਕ ਸਾਡੇ ਨਾਲ ਜੁੜੇ ਹੋਏ ਹਨ, ਸਾਨੂੰ ਉਹਨਾਂ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਉਹਨਾਂ ਦੀ ਤਸੱਲੀ ਲਈ, ਉਹਨਾਂ ਦੀ ਖੁਸ਼ੀ ਲਈ, ਉਹਨਾਂ ਦੀ ਬਰਕਤ ਲਈ, ਉਹਨਾਂ ਦੀ ਜ਼ਿੰਦਗੀਆਂ ਵਿੱਚ ਖੁਦਾਵੰਦ ਹੋਰ ਕੰਮ ਕਰੇ, ਸਾਨੂੰ ਇੱਦਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਹਾਡੀ ਜ਼ਿੰਦਗੀਆਂ ਵੀ ਇੱਦਾਂ ਦੀਆਂ ਹੋ ਜਾਣ ਅਤੇ ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਮੈਂ ਵੀ ਹੋਰ ਅੱਗੇ ਵੱਧ ਕੇ ਖੁਦਾਵੰਦ ਦਾ ਕੰਮ ਕਰਾਂ ਅਤੇ ਖੁਦਾਵੰਦ ਦੇ ਲੋਕਾਂ ਨੂੰ ਬਰਕਤ ਦੇਵਾਂ ਪ੍ਰਚਾਰ ਦੇ ਨਾਲ ਅਤੇ ਸੰਗਤ ਦੇ ਨਾਲ। ਅਤੇ ਤੁਸੀਂ ਵੀ ਖੁਦਾਵੰਦ ਦੇ ਲੋਕਾਂ ਨੂੰ ਤਸੱਲੀ ਦਿਓ ਅਤੇ ਦੂਸਰੇ ਲੋਕਾਂ ਨੂੰ ਖੁਦਾਵੰਦ ਦੇ ਬਾਰੇ ਦੱਸੋ, ਕਿਉਂਕਿ ਬਿਨਾਂ ਯਿਸੂ ਮਸੀਹ ਤੋਂ ਅਸੀਂ ਬਿਲਕੁਲ ਬੈਂਕਰਪਟ ਹਾਂ, ਅਸੀਂ ਬਿਲਕੁਲ ਲਾਚਾਰ ਹਾਂ ਅਤੇ ਗਰੀਬ ਹਾਂ। ਬਿਨਾਂ ਯਿਸੂ ਮਸੀਹ ਤੋਂ ਸਾਡੇ ਕੋਲ ਕੁਛ ਨਹੀਂ ਹੈ। ਆਤਮਿਕ ਤੌਰ 'ਤੇ ਮੈਂ ਗੱਲ ਕਰਦਾ ਹਾਂ। ਕਈ ਲੋਕ ਬਹੁਤ ਅਮੀਰ ਹਨ, ਉਹਨਾਂ ਕੋਲ ਯਿਸੂ ਮਸੀਹ ਨਹੀਂ ਹੈ, ਪਰ ਉਹ ਗਰੀਬ ਹਨ, ਕਿਉਂਕਿ ਆਤਮਿਕ ਤੌਰ 'ਤੇ ਉਹ ਬਹੁਤ ਹੀ ਗਰੀਬ ਲੋਕ ਹਨ ਅਤੇ ਉਹਨਾਂ ਨਾਲ ਖੁਦਾਵੰਦ ਦੀ ਕਿਰਪਾ ਨਹੀਂ ਹੈ। ਪਰ ਜੇ ਤੁਸੀਂ ਮਸੀਹ ਦੇ ਵਿੱਚੋਂ, ਹਾਲਾਂਕਿ ਤੁਸੀਂ ਗਰੀਬ ਹੋਵੋਗੇ, ਪਰ ਫਿਰ ਵੀ ਤੁਸੀਂ ਅਮੀਰ ਹੋ, ਕਿਉਂਕਿ ਖੁਦਾਵੰਦ ਯਿਸੂ ਮਸੀਹ ਤੁਹਾਡੇ ਨਾਲ ਹੈ। ਅਤੇ ਮੈਂ ਅੱਜ ਦਾ ਵਚਨ ਇੱਥੇ ਹੀ ਰੋਕਦਾ ਹਾਂ ਅਤੇ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਸ ਵਚਨ ਤੋਂ ਬਹੁਤ ਹੀ ਇਨਕਰੇਜਮੈਂਟ ਮਿਲੀ ਹੈ। ਅਤੇ ਇੱਕ ਦੂਸਰੇ ਲਈ ਪ੍ਰਾਰਥਨਾ ਕਰਦੇ ਰਹੋ, ਇੱਕ ਦੂਜੇ ਨੂੰ ਇਨਕਰੇਜਮੈਂਟ ਦਿੰਦੇ ਰਹੋ, ਕਿਉਂਕਿ ਇਹ ਹੀ ਖੁਦਾਵੰਦ ਦੀ ਇੱਕ ਯੋਜਨਾ ਹੈ ਸਾਡੇ ਲਈ ਜੋ ਕਿ ਮਸੀਹ ਯਿਸੂ ਵਿੱਚ ਪੂਰੀ ਹੁੰਦੀ ਹੈ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਮੀਨ।